परमात्मा दा ध्यान धर रही गुरु जी की साजी और नवाजी सतसंगत जीओ। वाहिगुरु जी का खालसा वाहिगुरु जी की फतेह। कोशिश कर रहे सी मन नूं काल दे इलाके विचों असीं आज़ाद करवा सकीए। उस वास्ते ज्ञान का इस्तेमाल कर रहे सी आपां। जो आपां सिमरन करते हाँ ये वो जीव सिमरन करते हैं जिन्हां ने सतगुर दे बचन नूं उपदेश नूं सुनिया है, जिन्हां नूं इस चीज़ का इल्म हो गया भी असीं काल दे देश विच हाँ और काल ने सानूं बन्निया होया है। असीं आज़ाद होने वास्ते इथों निकलने वास्ते ये ज्ञान का जो खड़ग है उसका इस्तेमाल कर रहे हैं, जिसनों मारे गुरबाणी में समझाउंदे ने ज्ञान खड़ग कर कृपा दीना, दूत मारे कर धाई है, हर का नाम जपो जाप जपने, जीत आओ वसो कर अपने। हुण जिहड़ा अपना घर है वो काल दे दायरे तो पार है, परले पासे है। इस इलाके दे विच सिर्फ तमाशा है, खेल है, जिथे असी सारे आ चुके हाँ। जदों मन इस इलाके विच आउंदा है, तमाशे विच आउंदा है, इसनूं गुरबाणी विच अखाड़ा भी कहिंदे ने। ते काल नूं परमात्मा ने हुक्म कीता है जिन्ने भी मन इस इलाके विच आउण ते तुसीं उन्हां नूं इस तरह तमाशे दे विच पाउणा है, ऐसा खेल खिलाउणा है कि तेरे इस इलाके दे विच वो रुझ जाण। इत्थे काल नूं हुक्म कीता होया है। पातशाह समझाउंदे ने, आंदे कौतक काल ये हुक्म पठाया, जी जंत उपाय समाया, वेखे विगसे सब रंग माणे, रचन कीना एक अकाड़ा। हुण परमात्मा ने एक काल नूं हुक्म कर दिता कि मन बच्चे जदों इस इलाके विच आउण ते तुसीं इस इलाके दे विच उन्हां नूं तमाशा करके दिखाउणा है। हुण ओह किहड़ा तमाशा है? इत्थे असीं सारे आ जांदे हां। असीं सारे ही एक ही घर तो चले हाँ। साडा मूल एक है, जोत भी साडी एक ही है, सारियां दी फर्क नहीं है कोई।
ਹੁਣ ਜਦੋਂ ਅਸੀਂ ਆਪਣੇ ਘਰ ਤੋਂ ਨਿਕਲਦੇ ਇਸ ਇਲਾਕੇ ਦੇ ਵਿੱਚ ਆਉਂਦੇ ਹਾਂ ਕਾਲ ਦੇ ਦਾਇਰੇ ਵਿੱਚ, ਸਫ਼ਰ 'ਤੇ ਚਲਦਿਆਂ ਚਲਦਿਆਂ ਜਿਸ ਕਿਸੇ ਦੇ ਨਾਲ ਥੋੜ੍ਹਾ ਬਹੁਤ ਵੀ ਅਸੀਂ ਬੈਠ ਕੇ ਸਿਮਰਨ ਕੀਤਾ ਹੁੰਦਾ ਹੈ, ਉਹਦੇ ਨਾਲ ਫਿਰ ਸਾਡਾ ਇਸ ਕਾਲ ਦੇ ਦੇਸ਼ ਵਿੱਚ ਸੰਯੋਗ ਬਣਦਾ ਜਾਂਦਾ ਹੈ। ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਇਕੱਠਿਆਂ ਬੈਠ ਕੇ ਧਨ ਜਮ੍ਹਾਂ ਕੀਤਾ, ਉਹਨਾਂ ਨੂੰ ਇਸ ਕਾਲ ਦੇ ਦੇਸ਼ ਵਿੱਚ ਪਤੀ ਪਤਨੀ ਦਾ ਸੰਯੋਗ ਮਿਲ ਗਿਆ। ਉਹ ਜਿਹੜਾ ਸੰਯੋਗ ਹੈ ਸਿਰਫ ਤਨ ਦੁਆਰਾ ਹੈ, ਕਿਉਂਕਿ ਇਸ ਇਲਾਕੇ ਦੇ ਵਿੱਚ ਪੌਣ ਗੁਰੂ ਹੈ ਤੇ ਉਹਨਾਂ ਨੇ ਵੀ ਪੌਣ ਵਿੱਚ ਸਿਮਰਨ ਕਰਦੇ ਹੋਇਆਂ ਸਵਾਸ ਜਮ੍ਹਾਂ ਕਰਾਏ। ਉਹਨਾਂ ਸਵਾਸਾਂ ਦੇ ਬਦਲੇ ਉਹਨਾਂ ਦਾ ਸੰਯੋਗ ਬਣਿਆ, ਪਰ ਉਹ ਸੰਯੋਗ ਇਸ ਲੋਕ ਵਿੱਚ ਹੈ ਜਿੱਥੇ ਪੌਣ ਚੱਲਦੀ ਹੈ, ਕਿਉਂਕਿ ਇਹ ਜਿਹੜਾ ਲੋਕ ਹੈ ਕਾਲ ਦਾ ਦੇਸ਼ ਹੈ। ਲੋਕ ਕਹਿੰਦੇ ਨੇ ਇਸ ਲੋਕ ਦਾ ਗੁਰੂ ਹੈ ਪੌਣ ਗੁਰੂ ਹੈ। ਪਾਤਸ਼ਾਹ ਕਹਿੰਦੇ ਨੇ ਪੌਣ ਗੁਰੂ, ਪਾਣੀ ਪਿਤਾ ਮਾਤਾ ਧਰਤ ਮਹਤ। ਪੌਣ ਦੇ ਇਲਾਕੇ ਦੇ ਵਿੱਚ ਉਹਨਾਂ ਦਾ ਪਤੀ ਪਤਨੀ ਦਾ ਸੰਯੋਗ ਤਨ ਦੁਆਰਾ ਜੋੜ ਦਿੱਤਾ ਜਾਂਦਾ ਹੈ। ਪਰ ਜਿਹੜਾ ਸਾਡਾ ਆਪਣਾ ਦੇਸ਼ ਹੈ, ਉਸ ਇਲਾਕੇ ਦੇ ਵਿੱਚ ਹੈ ਸ਼ਬਦ ਗੁਰੂ। ਪਾਤਸ਼ਾਹ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਸ ਇਲਾਕੇ ਦੇ ਵਿੱਚ ਤਾਂ ਸੰਯੋਗ ਹੈ ਪਤੀ ਪਤਨੀ ਦਾ, ਪਰ ਉਹ ਕਾਲ ਦੇ ਦੇਸ਼ ਵਿੱਚ ਪਤੀ ਪਤਨੀ ਨੇ। ਜਿੰਨੀ ਦੇਰ ਤੱਕ ਉਹ ਸ਼ਬਦ ਵਿੱਚ ਨਹੀਂ ਜੁੜੇ ਤੇ ਆਗਮ ਦੇ ਵਿੱਚ ਜਾ ਕੇ ਨਹੀਂ ਮਿਲਦੇ, ਉਹਨਾਂ ਨੂੰ ਉਸ ਲੋਕ ਦੇ ਵਿੱਚ ਨਹੀਂ ਗਿਣਿਆ ਜਾਂਦਾ। ਤੇ ਪਾਤਸ਼ਾਹ ਕੀ ਕਹਿੰਦੇ ਨੇ, ਆਉਂਦੇ ਧਨ ਫਿਰ ਇਹ ਨਾ ਆਖੀਏ, ਜੇ ਬਹਿਨ ਇਕੱਠੇ ਹੋਏ ਏਕ ਜੋਤ ਦੋਇ ਮੂਰਤੀ, ਧਨ ਫਿਰ ਕਹੀਏ ਸੋਇਆ। ਜੇ ਉਹਨਾਂ ਦਾ ਸ਼ਬਦ ਨਾਲ ਵੀ ਸੰਯੋਗ ਹੈ ਤਾਂ ਉਹਨਾਂ ਨੂੰ ਅਸਲ ਸੰਯੋਗੀ ਗਿਣਿਆ ਜਾਂਦਾ ਹੈ, ਨਹੀਂ ਤਾਂ ਸਿਰਫ ਉਹ ਤਮਾਸ਼ੇ ਦੇ ਵਿੱਚ ਇੱਕ ਪਾਤਰ ਨੇ, ਇੱਕ ਕਲਪਨਿਕ ਪਾਤਰ ਨੇ। ਜਿਸ ਤਰ੍ਹਾਂ ਤੁਸੀਂ ਕਈ ਦਫਾ ਕੋਈ ਸੀਰੀਅਲ ਦੇਖਦੇ ਹੋ, ਉਹਦੇ ਸ਼ੁਰੂ ਹੋਣ ਤੋਂ ਪਹਿਲਾਂ 2-3 ਅੱਖਰ ਲਿਖਦੇ ਨੇ। ਇਸ ਡਰਾਮੇ ਦੇ ਸਾਰੇ ਪਾਤਰ ਕਾਲਪਨਿਕ ਨੇ, ਇਹਨਾਂ ਦਾ ਕਿਸੇ ਦੇ ਨਾਲ ਵੀ ਕੋਈ ਭਾਵ ਕਿ ਕਿਸੇ ਦਾ ਵੀ ਸੰਬੰਧ ਨਹੀਂ ਹੈ, ਇਹ ਕਾਲਪਨਿਕ ਨੇ। ਹੁਣ ਇਹ ਸੰਯੋਗੀ ਨੇ ਸਾਰੇ, ਆਪਸ ਸੰਯੋਗੀ ਹਾਂ, ਪਿਛਲੇ ਜਨਮਾਂ ਤੋਂ ਚੱਲਦੇ ਆ ਰਹੇ ਹਾਂ। ਪਾਤਸ਼ਾਹ ਕਹਿੰਦੇ ਨੇ ਪੂਰਬ ਜਨਮ ਕੇ ਮਿਲੇ ਸੰਯੋਗੀ, ਪਰ ਮਿਲੇ ਕਿੱਥੇ ਨੇ? ਮਿਲੇ ਨੇ ਕਾਲ ਦੇ ਦੇਸ਼ ਵਿੱਚ। ਇਸ ਕਰਕੇ ਇਹ ਕਾਲਪਨਿਕ ਨੇ। ਹੁਣ ਕਾਲ ਦੇ ਦੇਸ਼ ਦੇ ਵਿੱਚ ਕਾਲ ਨੂੰ ਹੁਕਮ ਹੈ ਤਮਾਸ਼ਾ ਕਰਕੇ ਦਿਖਾਉਣਾ ਹੈ। ਐਸਾ ਇਹਨਾਂ ਪਤੀ ਪਤਨੀ ਦਾ ਸੰਯੋਗ ਬਣਿਆ, ਇਸ ਇਲਾਕੇ ਵਿੱਚ ਆ ਗਏ। ਜਿਨ੍ਹਾਂ ਦਾ ਥੋੜਾ ਘੱਟ ਸੀ ਉਹ ਅੱਗੇ ਬੱਚਿਆਂ ਦੇ ਰੂਪ ਵਿੱਚ ਆ ਗਏ। ਇੱਥੇ ਇੱਕ ਪਰਿਵਾਰ ਬਣ ਗਿਆ।
ਹੁਣ ਇਹ ਜਿਹੜਾ ਪਰਿਵਾਰ ਇਸ ਕਾਲ ਦੇ ਦੇਸ਼ ਵਿੱਚ ਆ ਗਿਆ ਤੇ ਕਾਲ ਨੂੰ ਹੁਕਮ ਕਰ ਦਿੱਤਾ ਵੀ ਹੁਣ ਤੁਸੀਂ ਇਹਨਾਂ ਨੂੰ ਤਮਾਸ਼ਾ ਕਰੋ, ਤਮਾਸ਼ੇ ਦੇ ਵਿੱਚ ਉਲਝਾ ਦਿਓ ਇਹਨਾਂ ਨੂੰ। ਹੁਣ ਇੱਥੇ ਰੋਲ ਸ਼ੁਰੂ ਹੋਣ ਲੱਗਾ, ਤਮਾਸ਼ਾ ਸ਼ੁਰੂ ਹੋਣ ਲੱਗਾ। ਹੁਣ ਜਿਉਂ ਹੀ ਇਸ ਇਲਾਕੇ ਵਿੱਚ ਮਨ ਆਉਂਦਾ ਹੈ ਕਾਲ ਦੇ ਦਾਇਰੇ ਵਿੱਚ, ਕਾਲ ਨੇ ਜਦੋਂ ਤਮਾਸ਼ਾ ਸ਼ੁਰੂ ਕਰਨਾ ਹੈ, ਜੇ ਤਾਂ ਸ਼ਬਦ ਨਾਲ ਜੁੜੇ ਹੋਣਗੇ, ਇਹ ਕਾਲ ਦਾ ਤਮਾਸ਼ੇ ਦੇ ਪਾਤਰ ਨਹੀਂ ਬਣਨਗੇ। ਇਹ ਤਾਂ ਸ਼ਬਦ ਦੁਆਰਾ ਸੰਜੋਗ ਹੈ, ਸ਼ਬਦ ਦੁਆਰਾ ਆਉਣਗੇ। ਜਿਵੇਂ ਇਹਨਾਂ ਨੂੰ ਪਰਮਾਤਮਾ ਨੇ ਹੁਕਮ ਦਿੱਤਾ ਉਹਦੇ ਮੁਤਾਬਕ ਆਪਣੀ ਡਿਊਟੀ ਕਰਨਗੇ ਤੇ ਇੱਥੋਂ ਵਾਪਸ ਚਲੇ ਜਾਣਗੇ ਆਪਣੇ ਘਰ ਵਿੱਚ। ਉਹ ਇਸ ਤਮਾਸ਼ੇ ਦੇ ਵਿੱਚ ਨਹੀਂ ਉਲਝਦੇ। ਹੁਣ ਇੱਥੇ ਆਪਾਂ ਗੱਲ ਕਰ ਰਹੇ ਹਾਂ ਮਨਮੁਖ ਦੀ। ਹੁਣ ਮਨ ਆਏ ਤੇ ਕਾਲ ਨੇ ਤਮਾਸ਼ਾ ਸ਼ੁਰੂ ਕਰ ਦਿੱਤਾ। ਕਿਵੇਂ ਤਮਾਸ਼ਾ ਹੁੰਦਾ ਹੈ? ਜਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬਾਣੀ 'ਚ ਆਪਾਂ ਨੂੰ ਸਮਝਾਉਂਦੇ ਨੇ ਵੀ ਇੱਕ ਸਟੇਜ ਹੈ ਤੇ ਸਟੇਜ ਤੇ ਜਦੋਂ ਜੀਵ ਆਉਂਦੇ ਨੇ ਤਾਂ ਉਹ ਕੱਪੜਾ ਪਹਿਨ ਲੈਂਦੇ ਨੇ। ਉੱਥੇ ਉਹਨਾਂ ਨੂੰ ਕੁਝ ਸਮੇਂ ਵਾਸਤੇ ਬੋਲਣ ਵਾਸਤੇ ਆਰਜੀ ਤੌਰ ਤੇ ਕੋਈ ਗੱਲਾਂ ਲਿਖ ਕੇ ਦਿੱਤੀਆਂ ਜਾਂਦੀਆਂ ਨੇ। ਉੱਥੇ ਉਹਨਾਂ ਦਾ ਇੱਕ ਝੂਠਾ ਰਿਸ਼ਤਾ ਬਣਾ ਦਿੱਤਾ ਜਾਂਦਾ ਹੈ। ਉਹ ਕੱਪੜਾ ਪਹਿਨ ਕੇ ਉਹ ਗੱਲਾਂ ਬੋਲਦੇ ਨੇ ਤੇ ਉਹ ਰਿਸ਼ਤਾ ਨਿਭਾਉਂਦੇ ਨੇ। ਤੇ ਜਦੋਂ ਉਹ ਡਰਾਮਾ ਬੰਦ ਹੁੰਦਾ ਹੈ, ਉਹ ਕੱਪੜਾ ਉਤਾਰ ਦਿੰਦੇ ਨੇ। ਸਟੇਜ ਤੋਂ ਥੱਲੇ ਉਤਰਦਿਆਂ ਉਹਨਾਂ ਦੀ ਰਿਸ਼ਤਾ ਵੀ ਖਤਮ ਹੋ ਜਾਂਦਾ ਹੈ, ਭਾਸ਼ਾ ਬਦਲ ਜਾਂਦੀ ਹੈ, ਹੋਰ ਭਾਸ਼ਾ ਬੋਲਣ ਲੱਗ ਜਾਂਦੇ ਨੇ। ਇਹ ਹੁਣ ਧਿਆਨ ਨਾਲ ਦੇਖਣਾ, ਕਿਤੇ ਅਸੀਂ ਇਸ ਤਮਾਸ਼ੇ ਦੇ ਪਾਤਰ ਤਾਂ ਨਹੀਂ ਬਣਦੇ ਪਏ। ਹੁਣ ਜਿਸ ਤਰ੍ਹਾਂ ਇਹ ਆਇਆ, ਇੱਕ ਜੀ ਆ ਗਿਆ, ਤੇ ਕਾਲ ਦੇਖਦਾ ਹੈ, ਦਰ ਤੇ ਹੈ। ਜਿਹੜਾ ਤਾਂ ਸ਼ਬਦ ਦੇ ਨਾਲ ਆਉਂਦਾ ਹੈ ਜੁੜ ਕੇ, ਉਹਦੇ ਅੱਗੇ ਫਿਰ ਇਹ ਆਪ ਹੱਥ ਬੰਨ੍ਹ ਕੇ ਖਲੋ ਜਾਂਦੇ ਨੇ ਵੀ ਇਹ ਹੁਕਮ ਦੇ ਵਿੱਚ ਹੈ, ਇਹਨੂੰ ਪਤਾ ਹੈ ਆਪਣੀ ਜੋਤ ਦਾ ਕਿਵੇਂ ਇਸਤੇਮਾਲ ਕਰਨਾ। ਤੇ ਜਿਹੜਾ ਸਿੱਧਾ ਪਾਉਣ ਵਿੱਚ ਆ ਕੇ ਮਿਲਦਾ ਤੇ ਸ਼ਬਦ ਨਾਲ ਉਹਦੀ ਸੁਰਤ ਨਹੀਂ ਜੁੜੀ ਹੋਈ, ਇੱਕ ਜਣਾ ਆਇਆ, ਉਸ ਨੂੰ ਰਜੋ ਗੁਣ ਤੇ ਲੈ ਜਾਂਦੇ ਨੇ। ਹੁਣ ਰਜੋ ਗੁਣ ਤੇ ਲੈ ਗਏ ਇੱਕ ਮਨ ਨੂੰ, ਪਰਿਵਾਰ ਦਾ ਇੱਕ ਜੀ ਹੈ, ਤੇ ਰਜੋ ਗੁਣ ਤੇ ਲਿਜਾ ਕੇ ਉਥੇ ਇਹਨਾਂ ਨੇ ਉਸ ਦੇ ਅੰਦਰ ਇੱਕ ਲਹਿਰ ਪੈਦਾ ਕਰ ਦਿੱਤੀ, ਤ੍ਰਿਸ਼ਨਾ। ਤ੍ਰਿਸ਼ਨਾ ਦਾ ਵਿਚਾਰ ਉਹਦੇ ਅੰਦਰ ਪੈਦਾ ਕਰ ਦਿੱਤਾ। ਹੁਣ ਜਿਉਂ ਹੀ ਇਹਦਾ ਮਨ ਰਜੋ ਗੁਣ ਤੇ ਆਇਆ ਤੇ ਇਸ ਨੇ ਉਹ ਭਾਸ਼ਾ ਉਹ ਬੋਲਣੀ ਸ਼ੁਰੂ ਕਰ ਦਿੱਤੀ। ਹੁਣ ਉਹਨੇ ਕੋਈ ਰਜੋ ਗੁਣ ਦਾ ਬਚਨ ਕੀਤਾ। ਦੂਸਰਾ ਜਿਹੜਾ ਸਾਥੀ ਹੈ, ਉਹਦਾ ਮਨ ਨੂੰ ਤਮੋ ਗੁਣ ਤੇ ਲੈ ਗਏ, ਤੇ ਜਿਹਦਾ ਮਨ ਤਮੋ ਗੁਣ ਤੇ ਚਲਾ ਗਿਆ, ਉਹਨੂੰ ਰਜੋ ਗੁਣ ਬਾਰੇ ਨਹੀਂ ਪਤਾ ਕੋਈ। ਰਜੋ ਗੁਣ ਵਾਲੇ ਨੇ ਸਲਾਹ ਕੀਤੀ ਵੀ ਇਸ ਤਰੀਕੇ ਦੇ ਨਾਲ ਆਪਣਾ ਧਨ ਬਚਾਇਆ ਜਾ ਸਕਦਾ ਹੈ। ਦੂਸਰੇ ਦਾ ਤਮੋ ਗੁਣ ਤੇ ਚਲਾ ਗਿਆ, ਉਹਨੂੰ ਉਹਨਾਂ ਨੇ ਸਲਾਹ ਦਿੱਤੀ ਵੀ ਅੱਜ ਇਸ ਤਰੀਕੇ ਨਾਲ ਆਪਾਂ ਖਰਚਾ ਕਰ ਸਕਦੇ ਹਾਂ, ਮੈਨੂੰ ਇਸ ਚੀਜ਼ ਦੀ ਲੋੜ ਹੈ।
ਉਹਦੇ ਵਿਪਰੀਤ ਵਿਚਾਰ ਦੇ ਦਿੱਤਾ। ਹੁਣ ਜੋ ਇਹਦੇ ਅੰਦਰ ਵਿਚਾਰ ਆਇਆ, ਦੂਸਰੇ ਦੇ ਅੰਦਰ ਉਹਦੇ ਉਲਟ ਵਿਚਾਰ ਆ ਗਿਆ ਤੇ ਵਿਚਾਰਾਂ ਦਾ ਟਕਰਾਅ ਹੋ ਗਿਆ, ਤਮਾਸ਼ਾ ਸ਼ੁਰੂ ਹੋ ਗਿਆ। ਇਹ ਕਹਿਣ ਲੱਗਾ ਵੀ ਮੇਰੇ ਆਖੇ ਨਹੀਂ ਲੱਗਦੇ, ਤੇ ਉਹ ਕਹਿਣ ਲੱਗਾ ਮੇਰੀ ਗੱਲ ਨਹੀਂ ਮੰਨੀ। ਇਹ ਤਮਾਸ਼ਾ ਹੈ। ਇਸ ਤਮਾਸ਼ੇ ਦੇ ਵਿੱਚ 5 ਜਣੇ ਨਾਲ ਰਲ ਗਏ। ਜਿਹਦੀ ਗੱਲ ਨਹੀਂ ਮੰਨੀ ਉਹਦੇ ਅੰਦਰ ਕ੍ਰੋਧ ਪ੍ਰਧਾਨ ਹੋ ਗਿਆ। ਉਹ ਰਸਨਾ ਤੇ ਆ ਕੇ ਉਸਨੇ ਮਾੜਾ ਸ਼ਬਦ ਬੋਲਣਾ ਸ਼ੁਰੂ ਕਰ ਦਿੱਤਾ। ਇੱਕ ਪਾਸਿਓਂ ਕ੍ਰੋਧ ਦੀ ਸ਼ਬਦ ਵੱਜਿਆ, ਚੋਟ ਵੱਜੀ, ਦੂਸਰੇ ਦੇ ਅੰਦਰ ਅਗਨ ਪੈਦਾ ਹੋ ਗਈ, ਉਹਦੇ ਅੰਦਰ ਵੀ ਕ੍ਰੋਧ ਆ ਗਿਆ ਤੇ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਕਲੇਸ਼ ਪੈ ਗਿਆ, ਝਗੜਾ ਹੋ ਗਿਆ। ਹੁਣ ਇਸ ਝਗੜੇ ਦੇ ਵਿੱਚ ਤਮਾਸ਼ਾ ਹੈ ਇਹ ਸਾਰਾ। ਇੱਕ ਦੂਸਰੇ ਨੂੰ ਇਹੋ ਜਿਹੇ ਬੋਲ ਬੋਲੇ ਜਾ ਰਹੇ ਨੇ। ਇਹ ਪਰਮਾਤਮਾ ਨੇ ਸਾਡੀ ਸਕ੍ਰਿਪਟ ਦੇ ਵਿੱਚ ਨਹੀਂ ਲਿਖੇ ਹੋਏ। ਹੁਣ ਕਈ ਦਫਾ ਨਾ ਬਹੁਤ ਸਾਰੇ ਜੀਵ ਕਹਿੰਦੇ ਨੇ ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹ ਦੇਖਦੇ ਨੇ ਵੀ ਉਹਨਾਂ ਨੂੰ ਵੀ ਸਾਰਿਆਂ ਦੇ ਵਿੱਚ ਤਾਂ ਆਪ ਹੀ ਬੋਲ ਰਿਹਾ ਹੈ। ਪਰ ਹੁਣ ਇਸ ਅਵਸਥਾ ਦੇ ਵਿੱਚ ਜਿਹੜੀ ਭਾਸ਼ਾ ਦਾ ਇਸਤੇਮਾਲ ਹੋ ਰਿਹਾ ਹੈ ਉਹ ਤਾਂ ਪਰਮਾਤਮਾ ਦੀ ਨਹੀਂ ਹੈ, ਕਿਉਂਕਿ ਪਰਮਾਤਮਾ ਮਿੱਠ ਬੋਲਦਾ ਹੈ। ਪਰਮਾਤਮਾ ਦੀ ਆਵਾਜ਼ ਜਿਹੜੀ ਤੁਸੀਂ ਸੁਣਦੇ ਹੋ ਉਹ ਮਿੱਠਾ ਬੋਲਦਾ ਹੈ। ਕੌੜਾ ਤਾਂ ਉਹ ਜਾਣਦਾ ਹੀ ਨਹੀਂ ਹੈ ਬੋਲਣਾ। ਪਾਤਸ਼ਾਹ ਕਹਿੰਦੇ ਨੇ ਮੇਰਾ ਜਿਹੜਾ ਸੱਜਣ ਹੈ, ਸਵਾਮੀ ਹੈ, ਮਿੱਤਰ ਹੈ, ਉਹ ਮਿੱਠ ਬੋਲੜਾ ਹੈ। ਮਿੱਠ ਬੋਲੜਾ ਮੇਰਾ ਸੱਜਣ ਸਵਾਮੀ। ਆਹ ਕਿਹੜੀ ਭਾਸ਼ਾ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ? ਇਹ ਕਾਲ ਨੇ ਤਮਾਸ਼ਾ ਸ਼ੁਰੂ ਕਰਾ ਦਿੱਤਾ ਹੈ। ਇਹ ਹੈ ਤਮਾਸ਼ਾ। ਇਹ ਤਮਾਸ਼ਾ ਘਰ ਘਰ ਦੇ ਵਿੱਚ ਹੋ ਰਿਹਾ ਹੈ। ਇਹ ਜਿਹੜੇ ਬੋਲ ਬੋਲਣੇ ਸ਼ੁਰੂ ਕੀਤੇ ਇਹ ਪਰਮਾਤਮਾ ਨੇ ਨਹੀਂ ਲਿਖੇ। ਉਹਨਾਂ ਕਿਹਾ ਵੀ ਜਿਸ ਤਰ੍ਹਾਂ ਦੀ ਮੈਂ ਬੋਲਣਾ ਹਾਂ, ਤੇ ਜਦੋਂ ਤੁਸੀਂ ਕਾਲ ਦੇ ਦਾਇਰੇ ਵਿੱਚ ਜਾਣਾ ਤੇ ਤੁਸੀਂ ਸ਼ਬਦ ਨਾਲ ਜੁੜ ਕੇ ਰਹਿਣਾ ਹੈ। ਜੇ ਸ਼ਬਦ ਨਾਲ ਜੁੜੋਗੇ ਤੇ ਮੁਖ ਦੇ ਵਿੱਚ ਅੰਮ੍ਰਿਤ ਰਸ ਆਏਗਾ, ਤੇ ਜਦੋਂ ਰਸ ਆਏਗਾ ਤੇ ਤੁਸੀਂ ਮਿੱਠਾ ਬੋਲੋਗੇ। ਤੇ ਜਦੋਂ ਤੁਹਾਡੇ ਮੁਖ ਦੇ ਵਿੱਚੋਂ ਇਹੋ ਜਿਹੇ ਸ਼ਬਦ ਨਿਕਲਣਗੇ ਤੇ ਉੱਥੇ ਜੀਵਨ ਨੂੰ ਪ੍ਰਤੀਤ ਆਏਗੀ ਵੀ ਇਹ ਆਪਣੇ ਮਾਤਾ ਪਿਤਾ ਦੇ ਉੱਪਰ ਗਏ ਨੇ, ਤੇ ਮਾਤਾ ਪਿਤਾ ਮਿੱਠਾ ਬੋਲਦਾ ਹੈ। ਲੇਕਿਨ ਇਹ ਜਿਹੜੇ ਮਨ ਇਸ ਇਲਾਕੇ ਵਿੱਚ ਆ ਗਏ ਤੇ ਕਾਲ ਨੇ ਇਹਨਾਂ ਨੂੰ ਤਮਾਸ਼ੇ ਵਿੱਚ ਪਾ ਦਿੱਤਾ ਹੈ। ਹੁਣ ਇਹਨਾਂ ਦੇ ਕੋਲੋਂ ਕਾਲ ਬੁਲਾ ਰਿਹਾ ਹੈ। ਜੋ ਕਾਲ ਲਿਖ ਕੇ ਦੇ ਰਿਹਾ ਹੈ ਉਹ ਬੋਲੀ ਜਾ ਰਹੇ ਨੇ। ਇਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਫਿਰ ਦੱਸਦੇ ਨੇ ਕਿ ਮਨ ਇਹ ਕਾਲ ਦੇ ਦਾਇਰੇ ਦੇ ਵਿੱਚ ਆ ਕੇ ਤਮਾਸ਼ੇ ਦੇ ਵਿੱਚ ਲੱਗ ਚੁੱਕਾ ਹੈ ਤੇ ਕਿਸਾਂ ਖੇਲ ਰਿਹਾ ਹੈ, ਕਿੱਥੇ ਕਿੱਥੇ ਖੇਲ ਰਿਹਾ ਹੈ। ਕਾਲ ਪਾਏ ਬ੍ਰਹਮਾ ਬਪਤਰਾ, ਕੋਈ ਰਜੋ ਗੁਣ ਤੇ ਆ ਕੇ ਖੇਲ ਰਿਹਾ ਹੈ। ਕਾਲ ਪਾਏ ਸ਼ਿਵਜੂ ਅਵਤਰਾ, ਕੋਈ ਤਮੋ ਗੁਣ ਤੇ ਖੇਲ ਰਿਹਾ ਹੈ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਕੋਈ ਸਤੋ ਗੁਣ ਤੇ ਸਕਲ ਕਾਲ ਕਾ ਕੀਆ ਤਮਾਸ਼ਾ। ਹੁਣ ਇਹ ਜਿਹੜੇ ਮਨ ਆਏ ਨੇ ਇਹ ਸਾਰੇ ਪਰਿਵਾਰ ਦੇ, ਇਹ ਮਾਤਾ ਪਿਤਾ ਲੜ ਪਏ, ਬੱਚੇ ਦੇਖਦੇ ਨੇ, ਉਹਨਾਂ ਦੇ ਅੰਦਰ ਵੀ ਤਰ੍ਹਾਂ ਤਰ੍ਹਾਂ ਦੇ ਵਿਚਾਰ ਬਣਦੇ ਨੇ। ਹੁਣ ਇੱਥੇ ਧੜੇ ਬਣਨੇ ਸ਼ੁਰੂ ਹੋ ਜਾਂਦੇ ਨੇ। ਇਧਰ ਤਮਾਸ਼ਾ ਪੈਦਾ ਹੋ ਗਿਆ, ਉਧਰ ਜਿਹੜੇ ਬੱਚੇ ਨੇ ਉਹਨਾਂ ਦੇ ਨਾਲ ਮੋਹ ਪਾ ਦਿੱਤਾ ਗਿਆ।
हुण जिहड़ी पत्नी है, औरत है, मां है, ਉਹਨੂੰ ਇਹ ਵਿਚਾਰ ਦੇ ਦਿੱਤਾ ਕਿ ਤੂੰ ਬੱਚਿਆਂ ਨੂੰ ਆਪਣੇ ਵੱਲ ਕਰਨਾ ਹੈ, ਤੇ ਉਹਦੇ ਅੰਦਰ ਇਹ ਵਿਚਾਰ ਚੱਲਦੇ ਨੇ। ਉਹ ਬੱਚੇ ਕੋਲ ਬੈਠਦੀ ਹੈ, ਮੋਹ ਹੈ, ਤੇ ਮੋਹ ਦੇ ਵਿੱਚ ਆ ਕੇ ਦੂਸਰੇ ਆਪਣੇ ਪਰਿਵਾਰ ਦੇ ਹੀ ਕਈ ਦਫਾ ਉਲਟ ਬਚਨ ਕਰਨਾ ਸ਼ੁਰੂ ਕਰ ਦਿੰਦੀ ਹੈ ਕਿ ਤੁਹਾਡਾ ਪਿਤਾ ਅੱਛਾ ਨਹੀਂ ਹੈ। ਇਹ ਇਸ ਤਰ੍ਹਾਂ ਹੈ, ਉਹਨਾਂ ਦੇ ਅੰਦਰ ਥੋੜ੍ਹੀ ਥੋੜ੍ਹੀ ਦੁਬਿਧਾ ਪੈਦਾ ਹੋਣਾ ਸ਼ੁਰੂ ਹੋ ਜਾਂਦੀ ਹੈ। ਜੇ ਉਹ ਇੱਥੇ ਬੈਠਦੇ ਨੇ, ਇਹ ਉਹਨਾਂ ਦੇ ਅੰਦਰ ਉਹਦੇ ਪ੍ਰਤੀ ਦੁਬਿਧਾ ਪੈਦਾ ਕਰਨੀ ਸ਼ੁਰੂ ਕਰ ਦਿੰਦਾ ਹੈ। ਹੌਲੀ ਹੌਲੀ ਉਹਨਾਂ ਦਾ ਮਨ ਜਿਹੜਾ ਹੈ ਉਹ ਵੀ ਕਾਲ ਦੀ ਭਾਸ਼ਾ ਬੋਲਣੀ ਸ਼ੁਰੂ ਕਰ ਦਿੰਦਾ ਹੈ। ਐਸਾ ਫਿਰ ਪਰਿਵਾਰ ਦੇ ਵਿੱਚ ਇਹ ਕਾਲ ਦਾ ਬਿਲਕੁਲ ਪੂਰਾ ਤਮਾਸ਼ਾ ਸ਼ੁਰੂ ਹੋ ਜਾਂਦਾ ਹੈ, ਤੇ ਕਿੱਥੇ ਨਿਰੰਕਾਰ ਦੀ ਉਸਤਤ, ਪਰਮਾਤਮਾ ਦੀ ਵਡਿਆਈ ਉਹ ਬੰਦ ਹੋ ਜਾਂਦੀ ਹੈ, ਤੇ ਸਿਰਫ ਕਿਹੜੀ ਭਾਸ਼ਾ ਰਹਿ ਜਾਂਦੀ ਹੈ? ਕਾਲ ਦੀ ਭਾਸ਼ਾ। ਰਜੋ ਗੁਣ ਦੇ, ਤਮੋ ਗੁਣ ਦੇ, ਸਤੋ ਗੁਣ ਦੇ ਇਹ ਜਿਹੜੇ ਬਚਨ ਨੇ ਉਹ ਰਹਿ ਜਾਂਦੇ ਨੇ। ਤੇ ਪਾਤਸ਼ਾਹ ਕਹਿੰਦੇ ਉਹਨਾਂ ਜੀਵਾਂ ਦੀ ਨਾਮ ਦੇ ਨਾਲ ਜਿਹੜੀ ਲਿਵ ਹੈ ਉਹ ਬਿਲਕੁਲ ਨਹੀਂ ਜੁੜਦੀ। ਜਿਹੜਾ ਨਾਮ ਹੈ ਉਹਦੇ ਨਾਲ ਉਹਨਾਂ ਦਾ ਪਿਆਰ ਨਹੀਂ ਪੈਂਦਾ। ਤੇ ਕਿਹੜੀ ਭਾਸ਼ਾ ਬੋਲਦੇ ਨੇ? ਨਾਮ ਅਮੋਲਾ ਪ੍ਰੀਤ ਨ ਤਿਨ ਸਿਉ, ਪਰ ਨਿੰਦ ਹਤਕਾਰੇ, ਛਪਰ ਬਾਂਧ ਸਵਾਰੇ ਤ੍ਰਿਣ ਕੋ, ਦੁਆਰੇ ਪਾਵਕ ਜਾਰੇ। ਇਹ ਜਿਹੜਾ ਦੁਆਰ ਹੈ, ਮੁੱਖ, ਇਸ ਨੂੰ ਦੁਆਰ ਕਹਿੰਦੇ ਨੇ। ਇੱਥੇ ਪਾਉਣ ਵਿੱਚ ਮਿਲਦੇ ਨੇ, ਕ੍ਰੋਧ ਦੀ ਚੋਟ ਵੱਜਦੀ ਹੈ, ਅੱਗ ਬਲਦੀ ਹੈ, ਆਹ ਭਾਸ਼ਾ ਬੋਲਣੀ ਸ਼ੁਰੂ ਕਰ ਦਿੰਦੇ ਨੇ। ਸੱਚ ਦੀ ਉਸਤਤ, ਨਾਮ ਦੀ ਵਡਿਆਈ ਨਹੀਂ ਕਰਦੇ। ਇੱਥੇ ਸਟੇਜ ਤੇ ਡਰਾਮਾ ਚੱਲਦਾ ਰਹਿੰਦਾ ਹੈ ਸਾਰਾ ਦਿਨ। ਹੁਣ ਇਸ ਡਰਾਮੇ ਦੇ ਵਿੱਚ ਅਸਲੀ ਰਿਸ਼ਤਾ ਭੁੱਲ ਜਾਂਦੇ ਨੇ ਆਪਣਾ। ਇਸੇ ਤਰ੍ਹਾਂ ਰਾਤ ਪੈ ਜਾਂਦੀ ਹੈ। ਰਾਤ ਪੈ ਗਈ, ਪਰਮਾਤਮਾ ਹੁਕਮ ਕਰਦੇ ਨੇ ਵੀ ਕੁਝ ਸਮੇਂ ਲਈ ਇਹ ਡਰਾਮਾ, ਇਹ ਕਾਲ ਨੂੰ ਕਹਿੰਦੇ ਨੇ ਬੰਦ ਕਰ ਦਿਓ। ਤੇ ਕਾਲ ਉਹਦੇ ਹੁਕਮ ਦੇ ਵਿੱਚ ਹੈ। ਕਾਲ ਕਰ ਜੋੜ ਹੋਵ, ਹੁਕਮ ਹੋਵੇ ਉਸ ਨੂੰ ਮੰਨੇ। ਉਹਦੇ ਡਰਾਮਾ ਬੰਦ ਕਰ ਦਿਓ, ਉਹਦੇ ਸੱਤ ਬਚਨ, ਉਹਦੇ ਕੱਪੜਾ ਲਾਹ ਦਿਓ ਇਹਨਾਂ ਦਾ, ਤੇ ਇਹ ਭਾਸ਼ਾ ਬੰਦ ਕਰ ਦਿਓ। ਹੁਣ ਜਦੋਂ ਰਾਤ ਨੂੰ ਡਰਾਮਾ ਬੰਦ ਕਰਦੇ ਨੇ, ਇਹ ਪਾਉਣ ਵਿੱਚ ਡਰਾਮਾ ਹੈ ਇਸ ਇਲਾਕੇ ਵਿੱਚ ਮਨ ਨੂੰ ਪਾਉਣ ਨਾਲੋਂ ਵੱਖ ਕਰ ਦਿੰਦੇ ਨੇ। ਮਨ ਪਾਉਣ ਤੋਂ ਵੱਖ ਹੋ ਗਿਆ, ਪਾਉਣ ਤੋਂ ਵੱਖ ਹੋ ਗਿਆ, ਤੇ ਇਹ ਰਿਸ਼ਤਾ ਖਤਮ ਹੋ ਗਿਆ। ਪਤੀ ਪਤਨੀ ਦਾ ਰਿਸ਼ਤਾ ਸੀ, ਚੇਤਾ ਭੁੱਲ ਗਿਆ। ਬੱਚਿਆਂ ਦਾ ਸੀ, ਚੇਤਾ ਭੁੱਲ ਗਿਆ ਕਿੱਥੇ ਨੇ। ਦਿਨੇ ਤਾਂ 10 ਮਿੰਟ ਬੱਚਾ ਲੇਟ ਆਵੇ, ਜੇ ਨਹੀਂ ਅੱਖਾਂ ਦੇ ਸਾਹਮਣੇ ਦਿਸਿਆ, ਇੱਧਰ ਉੱਧਰ ਹੋ ਗਿਆ, ਕਿਤੇ ਆਪਾਂ ਗਏ ਹਾਂ ਮੇਲੇ 'ਚ, ਕਿਤੇ ਗਏ ਹਾਂ ਘਰ 'ਚ, ਕਿਤੇ ਬੈਠੇ ਹਾਂ, ਬੱਚਾ ਨਹੀਂ ਦਿਸ ਰਿਹਾ, ਇੱਕਦਮ ਹੀ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਹੁਣ ਬਿਲਕੁਲ ਹੀ ਵਿਛੋੜ ਦਿੱਤਾ, ਰਾਤ ਨੂੰ ਪਤਾ ਹੀ ਨਹੀਂ ਕਿੱਥੇ ਪਏ ਹੋਏ ਨੇ, ਵੱਖ ਹੋ ਗਏ। 7-8 ਘੰਟੇ ਪਤਾ ਹੀ ਨਹੀਂ ਕਿੱਥੇ ਨੇ, ਧਿਆਨ ਨਹੀਂ ਕਿਸੇ ਦਾ, ਕਿਉਂਕਿ ਕਾਲ ਦੇ ਦਾਇਰੇ ਤੋਂ ਅਸੀਂ ਨਿਕਲ ਗਏ, ਇਸ ਸਟੇਜ ਤੋਂ ਬਾਹਰ ਹੋ ਗਏ। ਹੁਣ ਜਿੱਥੇ ਚਲੇ ਗਏ ਉਧਰ ਪਛਾਣ ਨਹੀਂ ਹੈ। ਉਧਰ ਪਛਾਣ ਹੋਣੀ ਹੈ ਸ਼ਬਦ ਦੁਆਰਾ, ਤੇ ਸ਼ਬਦ ਦੇ ਨਾਲ ਇਹ ਜਿਹੜੇ ਮਨਮੁਖ ਨੇ, ਇਹਨਾਂ ਦੀ ਲਿਵ ਨਹੀਂ ਜੁੜੀ। ਇਹ ਫੇਰ ਆ ਜਾਂਦੇ ਨੇ। ਇੱਥੇ ਫੇਰ ਤਮਾਸ਼ਾ ਸ਼ੁਰੂ ਹੈ। ਇਹਦੀ ਹੁਣ ਮਹਾਰਾਜ ਗੁਰਬਾਣੀ ਦੇ ਵਿੱਚ ਸਾਨੂੰ ਦੱਸ ਰਹੇ ਨੇ ਵੀ ਇੱਥੇ ਕਾਲ ਕਿਸ ਤਰ੍ਹਾਂ ਸਟੇਜ ਲਾਉਂਦਾ ਤੇ ਕਿਸ ਤਰ੍ਹਾਂ ਤਮਾਸ਼ਾ ਹੁੰਦਾ ਹੈ। ਤੇ ਮਹਾਰਾਜ ਦੱਸਣ, ਉਹ ਆਂਦੇ ਰਾਸ ਮੰਡਲ ਕੀਨੋ ਅਖਾਰਾ, ਸਗਲੋ ਸਾਜ ਰੱਖਿਓ ਪਸਾਰਾ, ਬਹੁ ਬਿਧ ਰੰਗ ਰੂਪ ਅਭਾਰਾ, ਸਭ ਰਸ ਲੇਤ ਬਸਤ ਨਿਰਾਰਾ।
ਭੇਖੇ ਖੁਸ਼ੀ ਭੋਗੇ ਨਹੀਂ ਹਾਰਾ। ਹੁਣ ਇਸ ਇਲਾਕੇ ਦੇ ਵਿੱਚ ਫਿਰ ਆ ਕੇ ਤਮਾਸ਼ਾ ਸ਼ੁਰੂ। ਫਿਰ ਉਹ ਕਾਲ ਦੀ ਭਾਸ਼ਾ ਕਿ ਮੈਂ ਤੇਰੀ ਔਰਤ ਹਾਂ, ਮੈਂ ਮਰਦ ਹਾਂ, ਮੈਂ ਭੈਣ ਹਾਂ, ਮੈਂ ਭਰਾ ਹਾਂ। ਥੋੜ੍ਹੇ ਚਿਰ ਗੱਲਾਂ ਬਾਤਾਂ ਕੀਤੀਆਂ, ਫਿਰ ਵਿਚਾਰਾਂ ਦਾ ਟਕਰਾਅ ਹੋ ਗਿਆ, ਫਿਰ ਲੜ ਪਏ, ਫਿਰ ਕਲੇਸ਼ ਪੈ ਗਿਆ, ਫਿਰ ਇੱਕ ਦੂਸਰਾ ਮਨਮੌਤ ਹੋ ਗਈ। ਫਿਰ ਇਸ ਦੇਸ਼ ਨੂੰ ਛੱਡਿਆ ਤੇ ਚਲੇ ਗਏ। ਫਿਰ ਆ ਗਏ, ਫਿਰ ਚਲੇ ਗਏ, ਫਿਰ ਆ ਗਏ, ਫਿਰ ਚਲੇ ਗਏ। ਐਸਾ ਮਾਰੇ ਕਹਿੰਦੇ ਨੇ ਇਸ ਕਾਲ ਦੇ ਦਾਇਰੇ ਦੇ ਵਿੱਚ ਤਮਾਸ਼ਾ ਜਿਹੜਾ ਹੈ ਉਹ ਜੀਵ ਕਰਦਾ ਪਿਆ ਹੈ, ਪਰ ਜੋ ਅਸਲ ਹੈ ਉਹਨੂੰ ਨਹੀਂ ਪਹਿਚਾਣਦਾ। ਆਉਂਦਾ ਵੀ ਹੈ, ਇੱਥੋਂ ਜਾਂਦਾ ਵੀ ਹੈ, ਪਰ ਜੋ ਅਸਲ ਖੇਲ ਹੈ ਉਹਦੀ ਪਹਿਚਾਣ ਨਹੀਂ ਇਸ ਨੂੰ ਹੋ ਰਹੀ। ਉਹ ਇਹ ਭੁੱਲ ਚੁੱਕਾ ਹੈ, ਜਿਸ ਕਰਕੇ ਕਹਿੰਦੇ ਇਹ ਆਪਣਾ ਜੀਵਨ ਜੋ ਪਰਮਾਤਮਾ ਨੇ ਜਿਸ ਮਕਸਦ ਵਾਸਤੇ ਦਿੱਤਾ ਸੀ ਉਹਦੇ ਅਨੁਸਾਰ ਨਹੀਂ ਜੀ ਰਿਹਾ। ਇਹ ਭੁੱਲਾ ਹੋਇਆ ਹੈ, ਇਹ ਤਮਾਸ਼ੇ ਦੇ ਵਿੱਚ ਲੱਗਾ ਹੋਇਆ ਹੈ ਤੇ ਤਮਾਸ਼ਾ ਹੀ ਦੇਖਦਾ ਪਿਆ ਹੈ। ਇਹ ਆਉਂਦਾ ਵੀ ਹੈ ਔਰ ਜਾਂਦਾ ਵੀ ਹੈ। ਆਵਤ ਅਕੇਲਾ ਜਾਵਤ ਅਕੇਲਾ, ਹਮ ਤੁਮ ਸੰਗ ਝੂਠੇ ਸਾ ਬੋਲਾ। ਹੁਣ ਆਪਾਂ ਵੀ ਸਾਰੇ ਆਉਂਦੇ ਹਾਂ, ਸਵੇਰੇ ਆ ਗਏ, ਰਾਤ ਨੂੰ ਚਲੇ ਜਾਂਦੇ ਹਾਂ। ਹੁਣ ਆਪਾਂ ਦੇਖਣਾ ਕਿ ਜਦੋਂ ਅਸੀਂ ਆਉਂਦੇ ਹਾਂ ਕਿ ਸਾਡੀ ਇਹਨਾਂ ਵਰਗੀ ਹਾਲਤ ਤਾਂ ਨਹੀਂ ਹੈ। ਅਸੀਂ ਇਸ ਦਾਇਰੇ ਦੇ ਵਿੱਚ ਆ ਕੇ, ਕਾਲ ਦੇ ਇਲਾਕੇ ਵਿੱਚ ਆ ਕੇ ਅਸੀਂ ਸੱਚ ਨੂੰ ਪਛਾਣਦੇ ਹਾਂ। ਜਿਸ ਮਕਸਦ ਵਾਸਤੇ ਸਾਨੂੰ ਭੇਜਿਆ ਗਿਆ ਹੈ ਅਸੀਂ ਉਹ ਕੰਮ ਕਰਦੇ ਹਾਂ। ਇਹਦੇ 'ਤੇ ਆਪਾਂ ਵਿਚਾਰ ਕਰਨੀ, ਕਿਉਂਕਿ ਇਹ ਮਨਮੁਖ ਤਾਂ ਤਮਾਸ਼ੇ ਦੇ ਵਿੱਚ ਲੱਗ ਚੁੱਕਾ ਹੈ। ਪਰ ਅਸੀਂ ਹੁਣ ਕਿਵੇਂ ਖੇਲ ਖੇਲਣਾ ਹੈ ਸਾਰਿਆਂ ਨੇ। ਅਸੀਂ ਸਾਰੇ ਜਦੋਂ ਹੁਣ ਸਵੇਰੇ ਆਉਣਾ ਇਸ ਇਲਾਕੇ ਵਿੱਚ, ਸਾਨੂੰ ਪਤਾ ਵੀ ਇਹ ਕਾਲ ਦਾ ਦਾਇਰਾ ਹੈ, ਕਾਲ ਦਾ ਇਲਾਕਾ ਹੈ ਤੇ ਕਾਲ ਨੇ ਇੱਥੇ ਤਮਾਸ਼ਾ ਕਰਕੇ ਦਿਖਾਉਣਾ। ਜਦੋਂ ਵੀ ਆ ਕੇ ਅਸੀਂ ਆਹ ਕੱਪੜਾ ਪਹਿਨਣਾ ਹੈ, ਆ ਤੁਹਾਨੂੰ ਕੱਪੜਾ ਕਹਿੰਦੇ ਨੇ। ਕਿਸੇ ਨੇ ਨਾਰੀ ਦਾ ਰੋਲ ਕਰਨਾ ਹੈ, ਕਿਸੇ ਨੇ ਪੁਰਖ ਦਾ। ਜਦੋਂ ਵੀ ਸਵੇਰੇ ਤੁਸੀਂ ਕੱਪੜਾ ਪਹਿਨਣਾ ਤੇ ਧਿਆਨ ਜਿਹੜਾ ਹੈ ਇਸ ਨੂੰ ਕਾਲ ਦੇ ਦਾਇਰੇ ਵਿੱਚ ਨਹੀਂ ਜਾਣ ਦੇਣਾ। ਤੇ ਧਿਆਨ ਕਿੱਥੇ ਰੱਖਣਾ ਹੈ? ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਆਪਣੀ ਜਿਹੜੀ ਨਜ਼ਰ ਹੈ, ਦ੍ਰਿਸ਼ਟੀ ਹੈ, ਇਹਨੂੰ ਮੁੱਖ ਦੁਆਰ ਵਿੱਚ ਰੱਖਣਾ ਹੈ। ਆਓ ਉਹਦਾ ਆਪਾਂ ਅਭਿਆਸ ਕਰੀਏ। ਚੰਦ ਸੂਰਜ ਨੂੰ ਸਮ ਕਰਕੇ ਤੇ ਧਿਆਨ ਜਿਹੜਾ ਹੈ ਥੋੜ੍ਹਾ ਜਿਹਾ ਪਾਉਣ ਤੋਂ ਉੱਪਰ ਰੱਖਣਾ ਹੈ। ਉਹਨੂੰ ਮੁੱਖ ਦੁਆਰ ਕਹਿੰਦੇ ਨੇ। ਜੇ ਸਾਡਾ ਧਿਆਨ ਮੁੱਖ ਦੁਆਰ ਵਿੱਚ ਰਹੇਗਾ ਤੇ ਅਸੀਂ ਕਾਲ ਦੀ ਹਰ ਇੱਕ ਚਾਲ ਨੂੰ ਸਮਝ ਸਕਾਂਗੇ। ਕਿਵੇਂ ਸਮਝਾਂਗੇ ਉਹ ਅੱਗੇ ਜਾ ਕੇ ਆਪਾਂ ਫਿਰ ਦੇਖਦੇ ਹਾਂ। ਫਿਰ ਅਸੀਂ ਤਮਾਸ਼ੇ ਦੇ ਵਿੱਚ ਨਹੀਂ ਰੁੱਝਾਂਗੇ। ਆਓ ਇਸ ਕਰਕੇ ਪਿਆਰ ਦੇ ਨਾਲ ਆਪਾਂ ਜੋ ਸਿਮਰਨ ਕਰਨਾ, ਤੇ ਜਦੋਂ ਸਵੇਰੇ ਆਉਣਾ ਹੈ ਇਸ ਇਲਾਕੇ ਵਿੱਚ ਇੱਕਦਮ ਨੇਤਰ ਨਹੀਂ ਖੁੱਲ੍ਹਣੇ। ਥੋੜ੍ਹਾ ਅਭਿਆਸ ਕਰਨਾ ਹੈ ਤੇ ਫਿਰ ਹੌਲੀ ਹੌਲੀ ਆਪਣੇ ਨੇਤਰ ਖੁੱਲ੍ਹਣੇ ਹੁੰਦੇ ਨੇ ਤੇ ਆਪਣਾ ਧਿਆਨ ਥੋੜ੍ਹਾ ਜਿਹਾ ਉਰਦ ਵਿੱਚ ਲੈ ਜਾਣਾ ਹੈ। ਉਰਦ ਵਿੱਚ, ਤੇ ਉਰਦ ਵਿੱਚ ਜਦੋਂ ਧਿਆਨ ਲਾਓਗੇ ਚੰਦ ਸੂਰਜ ਨੂੰ ਨਾਲ ਹੀ ਸਮ ਕਰ ਲੈਣਾ ਹੈ। ਜਿਵੇਂ ਹੀ ਚੰਦ ਸੂਰਜ ਨੂੰ ਸਮ ਕਰੋਗੇ ਤੇ ਸਭ ਪ੍ਰਗਟ ਹੋ ਜਾਣਗੇ ਤੇ ਸਨਮੁਖ ਫਿਰ ਦੇਖਦਿਆਂ ਹੋਇਆਂ ਵਿਚਰੋਗੇ ਸਮ ਦ੍ਰਿਸ਼ਟੀ ਹੋ ਕੇ, ਤੇ ਫਿਰ ਕਾਲ ਤੁਹਾਨੂੰ ਖਰੀਦ ਨਹੀਂ ਸਕੇਗਾ। ਫਿਰ ਤੁਸੀਂ ਠੱਗੇ ਨਹੀਂ ਜਾਓਗੇ, ਫਿਰ ਤੁਹਾਡੇ ਨਾਲ ਧੋਖਾ ਨਹੀਂ ਹੋਏਗਾ। ਕਿਉਂਕਿ ਪਾਤਸ਼ਾਹ ਨੇ ਆਪਾਂ ਨੂੰ ਦੱਸਿਆ, ਸਮਝਾਇਆ ਹੈ ਕਿ ਜਦੋਂ ਨਾਮ ਦੇ ਨਾਲ ਅਸੀਂ ਜੁੜੇ ਰਹਿੰਦੇ ਹਾਂ, ਸਨਮੁਖ ਰਹਿੰਦੇ ਹਾਂ, ਤੇ ਫਿਰ ਸਾਡੇ ਨਾਲ ਧੋਖਾ ਨਹੀਂ ਹੁੰਦਾ। ਫਿਰ ਕਾਲ ਸਾਨੂੰ ਖਰੀਦ ਨਹੀਂ ਸਕਦਾ। ਮਨਮੁਖ ਨੂੰ ਜਿਸ ਤਰ੍ਹਾਂ ਖਰੀਦ ਲਿਆ ਜਾਂਦਾ ਹੈ, ਤਮਾਸ਼ੇ ਵਿੱਚ ਲੈ ਜਾਂਦੇ ਨੇ,
तो सानू वो अपनी भाषा नहीं बुलवा सकेगा। आओ सारे कोशिश करिए। आप पहला थोड़ा अभ्यास करना, फिर ध्यान रखना सन्मुख, फिर नेत्र ने हौली हौली खोल लेना, तो खोलद्या अपना ध्यान उर्द विच टिकाऊ कर देना हुंदा है। इनू समदृष्टि कहते हैं। मारे कहते धन धन ज्ञानी, ज्ञानी जिसनों ज्ञान है, धन धन ज्ञानी सतगुरु हमारा, जिनको हमको समदृष्ट कर दिखाई। ਜਿਹੜੇ ऐसा समदृष्ट होकर विचरते ने ज्ञानी ने, उन्होंने पता है कि इत्थे तमाशा होना है, इत्थे काल ने हर एक नूं ही पकड़ना है। इस करके वो वखरा रहिंदे ने, निर्लेप रहिंदे ने। आप भी कोशिश करते हाँ, आओ सीखिए सारे जने, क्योंकि तां ही फायदा है। तो जे आप आके ते काल की भाषा ही बोलन लग जानी है, इत्थे ही आके आप विचर जाना है, तो फिर तो कोई फायदा नहीं। फिर तो आप संसार में आए तो आउंदे काल के दायरे में आ गए, तो सवेर तो लैके शाम तक जिवें वो काल सानू नचाई गया, तमाशा कराई गया, असीं बोली गए, तो फिर की फायदा है। आंदे फरीदा दुनी वजाई वजदी, तू भी वजे नाल, सो जियो ना वजदा जिन अल्लो करदा सार। ते आपां उहदे तमाशे तो बाहर निकलना है, काल दे तमाशे तो। आओ सारे जने करो कृपा। वाहिगुरू 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 ऐसा जदों गुरमुखां नूं ज्ञान है भी जिथे असीं जाना उत्थे तमाशा काल कर रहा है। जदों प्रवेश होए उन्होंने कपड़ा पहनिया ते ध्यान अपना मुख द्वार विच लै गए। करमी आवे कपड़ा नदरी मुख द्वार, सन्मुख हो गए। हुण जदों सन्मुख होए दर्शन किते हैं ते विचारिया कि हुण असीं इस इलाके विच हाँ
इत्थे कर्म भी करना है, ते कर्म करदे करदे किते ये ना होवे कि जिसा मनमुख काल दे वस हो जाता है, ਉਹਦੀ ਭਾਸ਼ਾ बोलन लग जाता, प्यार टुट जाता है ਉਹਦਾ, ਤੇ ਸਾਡਾ भी ना टुट जाए। ਉਹਨਾਂ विचारिया ਤੇ ਹੁਣ ਇਹਦੇ ਨਾਲ जुड़न वास्ते लगातार ਤੇ ਕੀ बचन करिए। आंदे मोह के बोलन बोली है, जित सुन तरे प्यार। हुण विचार कीती, नाल रस आना शुरू हो गया। ते जदों अमृत रस इत्थे गले विच आया, मुख ते आया, तो आंदे हुण इस तरह करो, उहदी वडियाई करो। वडियाई करोगे वह खुश होएगा, तो जदों खुश होएगा सन्मुख ही रहेगा। तो आंदे अमृत वेला सच नाओ वडियाई विचार। आंदे हुण उहदी वडियाई करनी शुरू कर दो। हुण गुरमुख जदों इस इलाके विच आ गए, शब्द नाल जुड़े हुए तो मुख का इस्तेमाल किया, तो परमात्मा की उस्तत करनी शुरू कर देती, उसकी वडियाई करनी शुरू कर देती, उसदे गुण गाने शुरू कर देते। हुण जदों गुरमुख वडियाई करते हैं, शब्द नाल जुड़े हुए, उन्हां दी बुद्ध विवेक है, उन्होंने विवेक ज्ञान है, वो सन्मुख होकर विचर रहे हैं। इधर काल ने अपने दूतां नूं हुक्म दिता होया भी तुसीं गुरमुख दे नेड़े नहीं जाना। जिन्ना चिर वो वडियाई कर रहे हैं, शब्द सुन रहे हैं, जे तुसीं उसनूं कोशिश की आपां नूं सज़ा मिलेगी। परमात्मा का एक संविधान है, काल नूं हुक्म तां दिता होया तमाशा करके दिखाउण दा, ते नाल ये भी दस्सिया है कि जिथे मेरी वडियाई को कर रहा शब्द विच समा के, ते उन्ना चिर तू उहदे नेड़े नहीं जाना। ते किन्ना बच्चे दे उपर कृपालु ते दयालु है। उन्हें तू मेरी वडियाई करके तो देख, मेरी उस्तत करके तो देख, मेरे सन्मुख तां हो, मैं तेनों सुख ते आनंद बख्शिश करांगा, काल तेरे नेड़े नहीं आएगा। ते हुक्म कीता होया है, काल नूं स्पैशल हुक्म है, जय साधु गोबिंद भजन, नानक कीर्तन नीत, अणा हो अणा तो अणै छुटे, निकट न जाई हो दूत। काल अपने दूतां नूं कह दिंदा कि हुक्म मालक दा नेड़े नहीं जाना, लेकिन काल अपना हुक्म जिहड़ा है वह भी नाल जारी रखता है। हुण गुरमुख उस्तत कर रहे हैं, वडियाई हो रही है, तो काल ने फिर किस तरह देखना है। हुण तुसीं उसे कर रहे हो, आ गए इस इलाके विच, ये सीधा असर नहीं करेगा। परिवार दे विचों किसी एक जी नूं खरीद लैंदा है। हुण काल दी चाल नूं फिर समझना है, यही ब्रह्म विद्या है। हुण यही तो गुरमुख विवेक ज्ञान हो गया। काल नेड़े नहीं आ रहा, इधरों किसी ने दूसरे नूं खरीद लिया, ते खरीद के उसनूं तैयार करके भेजदा है। ते गुरमुख जिहड़े ने उन्हां नूं ज्ञान है, जिहड़ा तां जागत अवस्था दे विच है। ते जागत अवस्था में ज़्यादा वो नेत्रां तो ही देख लैंदे ने। जिस आम कई दफ़ा ट्रेनिंग भी जीव करते हैं, कई महकमे वाले इंटैलीजेंसी की उन्हों की एक वक्री ट्रेनिंग होंदी है। वो बॉडी लैंगुएज तो काफ़ी अंदाजा लाते हैं भी ये बंदा सच बोलता है या झूठ बोलता है।
ਇਸੇ ਤਰ੍ਹਾਂ ਗੁਰਮੁਖ ਜਿਹੜੇ ਨੇ ਉਹਨਾਂ ਦਾ ਭੇਦ ਹੈ ਕਿ ਨੇਤਰਾਂ ਦੇ ਵਿੱਚ, ਇੱਥੇ ਨੇਤਰਾਂ ਦੇ ਵਿੱਚ ਆ ਕੇ ਬੈਠਣਾ ਹੈ ਜਿਸ ਨੇ ਬੈਠਣਾ ਹੈ ਜਦੋਂ ਸਰੀਰ ਨੂੰ ਚਲਾਉਣਾ ਹੈ। ਤੇ ਇੱਥੇ ਨੇਤਰਾਂ ਦੇ ਵਿੱਚ ਕੌਣ ਬੈਠਦਾ ਹੈ ਉਹ ਦੇਖਦੇ, ਪਛਾਣ ਕਰਦੇ ਨੇ। ਜਿਸ ਤਰ੍ਹਾਂ ਹੁਣ ਤੁਹਾਡੇ ਨਾਲ ਜੇ ਕੋਈ ਅੰਦਰੋਂ ਦੁਬਦਾ ਦੇ ਵਿੱਚ ਹੈ, ਉਹ ਨੇਤਰਾਂ ਦੀ ਭਾਸ਼ਾ ਹੋਰ ਹੋਏਗੀ ਉਸ। ਜੇ ਅੰਦਰੋਂ ਕੋਈ ਤੁਹਾਡੇ ਨਾਲ ਕੋਈ ਠੱਗੀ ਮਾਰਨੀ ਚਾਹੁੰਦਾ ਹੈ, ਕੁਛ ਕਰਨਾ ਚਾਹੁੰਦਾ, ਉਹਦੇ ਦ੍ਰਿਸ਼ਟੀ ਨੇਤਰਾਂ ਦੀ ਭਾਸ਼ਾ ਹੋਰ ਹੋਏਗੀ। ਥੋੜ੍ਹਾ ਜਿਹਾ ਤੁਸੀਂ ਉਹਦੇ ਨੇਤਰਾਂ ਦੇ ਵਿੱਚ ਨੇਤਰ ਪਾ ਕੇ ਦੇਖੋਗੇ ਤੇ ਜਿਹੜਾ ਉਹਦੇ ਨੇਤਰਾਂ ਦੇ ਵਿੱਚ ਬੈਠਾ ਹੋਇਆ ਹੈ ਉਹ ਛੱਡਣ ਦਾ ਯਤਨ ਕਰੇਗਾ ਉਸ ਥਾਂ ਨੂੰ। ਜਦੋਂ ਉਹ ਛੱਡਣ ਦਾ ਯਤਨ ਕਰੇਗਾ ਉਹ ਪਕੜਿਆ ਜਾਏਗਾ। ਉਹਦੀ ਥਾਂ ਤੇ ਜਦੋਂ ਦੂਸਰਾ ਆ ਕੇ ਬੈਠੇਗਾ ਧੀਰੀ ਦੇ ਵਿੱਚ, ਉੱਥੋਂ ਪਛਾਣ ਆ ਜਾਂਦੀ ਹੈ। ਹੁਣ ਕਾਲ ਕੀ ਕਰਦਾ ਹੈ, ਕਿਸੇ ਮਨਮੁਖ ਨੂੰ ਖਰੀਦ ਲੈਂਦਾ ਹੈ, ਕਿਸੇ ਟੀਮ ਦੇ ਮੈਂਬਰ ਨੂੰ ਖਰੀਦ ਲੈਂਦਾ ਹੈ। ਬੜਾ ਸੂਖਮ ਖੇਲ ਹੈ। ਹੁਣ ਗੁਰਮੁਖ ਇਸ ਇਲਾਕੇ ਵਿੱਚ ਆ ਕੇ ਇੱਧਰੋਂ ਕਿਸੇ ਦੇ ਮੈਂਬਰ ਨੂੰ ਕਾਲ ਨੇ ਖਰੀਦ ਲਿਆ, ਟੀਮ ਦਾ ਜਿਹੜਾ ਮੈਂਬਰ ਹੈ। ਤਾਂ ਮਾਰੇ ਕਹਿੰਦੇ ਨੇ ਮਨਮੁਖ ਦੂਜੀ ਤਰਫ ਹੈ, ਦੇਖੋ ਨਦਰ ਨਿਹਾਲ। ਜਦੋਂ ਕੋਈ ਤੁਹਾਡਾ ਮੈਂਬਰ ਖਰੀਦਿਆ ਜਾਏ ਤਾਂ ਤੁਸੀਂ ਧਿਆਨ ਰੱਖਣਾ ਹੈ। ਕਾਲ ਨੂੰ ਪਤਾ ਹੈ ਕਿ ਇਹ ਜੇ ਟੀਮ ਇਕੱਠੀ ਇੱਕ ਮਤ ਹੋ ਕੇ ਚੱਲੇਗੀ ਤਾਂ ਜਿੱਤੇਗੀ। ਇਹਨੂੰ ਕਮਜ਼ੋਰ ਕਰਨ ਵਾਸਤੇ ਉਹ ਜਿਹੜਾ ਕਮਜ਼ੋਰ ਖਿਡਾਰੀ ਹੁੰਦਾ ਹੈ ਉਹਨੂੰ ਖਰੀਦ ਲੈਂਦੇ ਨੇ। ਤੇ ਕਮਜ਼ੋਰ ਕੌਣ ਹੁੰਦਾ ਹੈ? ਜਿਹੜਾ ਘਰ ਦੇ ਵਿੱਚ ਅਭਿਆਸ ਨਹੀਂ ਕਰਦਾ। ਜਿਸ ਤਰ੍ਹਾਂ ਹੁਣ ਆਪਾਂ 4 ਜੀ ਹਾਂ ਘਰ ਦੇ, ਆ 4 ਜੀ ਨੇ, ਜੇ ਇੱਕ ਜੀ ਸਿਮਰ ਨਹੀਂ ਕਰੇਗਾ, ਭਗਤੀ ਨਹੀਂ ਕਰੇਗਾ, ਉਸ ਨੂੰ ਖੁਰਾਕ ਨਹੀਂ ਮਿਲੇਗੀ, ਉਹ ਕਮਜ਼ੋਰ ਹੋ ਜਾਏਗਾ। ਜਿਨ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਉਹ ਪਰਿਵਾਰ ਦਾ ਜਿਹੜਾ ਜੀ ਕਮਜ਼ੋਰ ਹੋ ਗਿਆ ਉਹ ਖਰੀਦਿਆ ਜਾਏਗਾ। ਤੇ ਉਹ ਕਾਲ ਉਸ ਨੂੰ ਖਰੀਦ ਕੇ ਫਿਰ ਤਿਆਰ ਕਰ ਦਿੰਦਾ ਹੈ, ਆਪਣੇ ਜਾਲ 'ਚ ਫਸਾ ਲੈਂਦਾ ਹੈ ਪਹਿਲਾਂ, ਫਿਰ ਉਸ ਨੂੰ ਆਪਣੀ ਭਾਸ਼ਾ ਸਿਖਾ ਦਿੰਦਾ ਹੈ ਤੇ ਫਿਰ ਉਸ ਨੂੰ ਤਿਆਰ ਕਰਕੇ ਭੇਜਦਾ ਹੈ ਅਟੈਕ ਕਰਨ ਵਾਸਤੇ। ਹੁਣ ਗੁਰਮੁਖ ਪਛਾਣ ਲੈਂਦਾ। ਜਿਸ ਤਰ੍ਹਾਂ ਇੱਕ ਉਦਾਹਰਨ ਹੈ, ਹਿਰਨ ਹੁੰਦੇ ਨੇ, ਹਿਰਨਾਂ ਨੂੰ ਸ਼ਿਕਾਰੀ ਪਕੜਦਾ ਹੈ ਤੇ ਉਹ ਜਦੋਂ ਪਕੜ ਕੇ ਤੇ ਕਈਆਂ ਨੂੰ ਉਹਨਾਂ ਦੇ ਵਿੱਚੋਂ ਇੱਕ ਜਣੇ ਨੂੰ ਟ੍ਰੇਨਿੰਗ ਦੇ ਦਿੰਦਾ ਹੈ। ਕਿਸ ਤਰ੍ਹਾਂ ਟ੍ਰੇਨਿੰਗ ਦਿੰਦੇ ਨੇ? ਥੋੜ੍ਹਾ ਜਿਹਾ ਉਹਨੂੰ ਕੁਝ ਖਾਣ ਵਾਸਤੇ ਦਿੰਦੇ, ਫਿਰ ਥੋੜ੍ਹਾ ਦੂਰ ਛੱਡ ਆਉਂਦੇ। ਉਹ ਫਿਰ ਭੱਜ ਕੇ ਉਹਨਾਂ ਦੇ ਕੋਲ ਆ ਜਾਂਦਾ ਹੈ, ਫਿਰ ਉਹਦੇ ਨਾਲ ਪਿਆਰ ਕਰਦੇ ਨੇ, ਫਿਰ ਉਹਨੂੰ ਦੂਰ ਛੱਡ ਆਉਂਦੇ ਨੇ, ਉਹ ਫਿਰ ਆ ਜਾਂਦਾ ਹੈ। ਜਦੋਂ ਉਹ ਡਿਪੈਂਡ ਹੋ ਜਾਂਦਾ ਹੈ ਉਹਨਾਂ ਦੇ ਉੱਪਰ, ਉਹ ਕਹਿੰਦੇ ਨੇ ਹੁਣ ਇਹ ਕਿਤੇ ਹੋਰ ਨਹੀਂ ਜਾ ਸਕਦਾ। ਉਹ ਫਿਰ ਉਸ ਨੂੰ ਝੁੰਡ ਵਿੱਚ ਛੱਡ ਆਉਂਦੇ ਨੇ ਜਿੱਥੇ ਹੋਰ ਵੀ ਬਹੁਤ ਸਾਰੇ ਨੇ। ਉਹ ਜਦੋਂ ਦੇਖਦੇ ਨੇ ਕਿ ਸਾਡਾ ਸਾਥੀ ਆਇਆ ਇੰਨੇ ਚਿਰ ਬਾਅਦ, ਉਹਦੇ ਲਾਗੇ ਆਉਂਦੇ ਨੇ, ਪਰ ਉਹਦਾ ਧਿਆਨ ਤਾਂ ਪਿੱਛੇ ਹੁੰਦਾ ਹੈ। ਉਹ ਭੱਜਦਾ ਹੈ, ਦੌੜਦਾ ਹੈ, ਉਹ ਮਗਰ ਉਹ ਵੀ ਦੌੜ ਪੈਂਦੇ ਨੇ। ਪਤਾ ਨਹੀਂ ਕਿਹੜੀ ਥਾਂ ਤੇ ਆਇਆ, ਚੰਗੀ ਥਾਂ ਤੇ ਕਿਤੇ। ਅਗਲੇ ਪਾਸੇ ਉਹਨੇ ਸ਼ਿਕਾਰੀ ਨੇ ਜਾਲ ਲਾਇਆ ਹੋਇਆ, ਉਹ ਵਿੱਚ ਬਹੁਤੇ ਫਸ ਜਾਂਦੇ ਨੇ ਆ ਕੇ। ਮਹਾਰਾਜ ਸੱਚੇ ਪਾਤਸ਼ਾਹ ਉਹਦੀ ਉਦਾਹਰਨ ਦੇ ਰਹੇ ਨੇ, ਕਹਿੰਦੇ ਹਰਣਾ ਬਾਜਾਂ ਤੇ ਸਿਕਦਾਰਾਂ, ਇਹਨਾਂ ਪੜਿਆ ਨਾ ਫੰਦੀ ਲੱਗੀ ਜਾਤ ਫਾਇਨ, ਆਗੇ ਮਿਲਣਾ ਥਾਉ। ਸੋ ਪੜਿਆ ਸੋ ਪੰਡਤ ਬੀਨਾ, ਜਿੰਨੀ ਕਮਾਣਾ ਨਾ ਹੋ। ਕਹਿੰਦੇ ਅਸਲੀ ਪੜਾਕ ਉਹ ਹੈ ਜਿਹੜਾ ਨਾਮ ਦੇ ਨਾਲ ਜੁੜਿਆ ਹੋਇਆ। ਹੁਣ ਇੱਧਰੋਂ ਪਰਚਾ ਪਾ ਦਿੱਤਾ ਕਾਲ ਨੇ, ਇੱਕ ਇਹਨੇ ਨੂੰ ਖਰੀਦ ਲਿਆ। ਖਰੀਦ ਕੇ ਤੇ ਕਾਲ ਉਹਦੀ ਰਸਨਾ ਤੇ ਬੈਠਾ ਤੇ ਉਸ ਨੂੰ ਕੋਈ ਸ਼ਬਦ ਦੀ ਚੋਟ ਮਾਰੀ। ਜਾਂ ਕਾਲ ਦੇ ਦਾਇਰੇ ਦੇ ਵਿੱਚ ਹੈ, ਰਜੋ ਵੀ ਕਾਲ ਦੇ ਦਾਇਰੇ ਵਿੱਚ ਆਉਂਦਾ ਹੈ, ਤਮੋ ਵੀ ਆਉਂਦਾ ਹੈ।
ਗੁਰਮੁਖ ਨੂੰ ਰਜੋ ਗੁਣ ਤੋਂ ਪ੍ਰਭਾਵਿਤ ਕਰਨ ਵਾਸਤੇ ਕਾਲ ਕੋਸ਼ਿਸ਼ ਕਰਦਾ ਹੈ। ਹੁਣ ਕਾਲ ਨੇ ਸ਼ਬਦ ਦੀ ਚੋਟ ਮਰਾ ਦਿੱਤੀ, ਕੋਈ ਇਹੋ ਜਿਹਾ ਸ਼ਬਦ ਬੁਲਾ ਦਿੱਤਾ ਤੇ ਗੁਰਮੁਖ ਜਾਗਤ ਅਵਸਥਾ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਇਹ ਤੇ ਕਾਲ ਦੇ ਨਾਲ ਰਲਿਆ ਹੋਇਆ ਹੈ ਸਾਡਾ ਸਾਥੀ, ਪਰ ਇਹ ਖਰੀਦਿਆ ਗਿਆ ਹੈ, ਇਹ ਉਹਦੀ ਭਾਸ਼ਾ ਬੋਲਦਾ ਹੈ। ਤੇ ਗੁਰਮੁਖ ਨੂੰ ਵਿਵੇਕ ਗਿਆਨ ਹੈ, ਉਹ ਉਹਦੇ ਪਿੱਛੇ ਨਹੀਂ ਚੱਲਦਾ। ਮਰ ਕਹਿੰਦੇ ਸੋ ਜਨ ਰਲਾਇਆ ਨਾ ਰਲੇ, ਜਿਨ ਅੰਦਰ ਵਿਵੇਕ ਵਿਚਾਰ। ਉਸ ਨੇ ਕੋਸ਼ਿਸ਼ ਕੀਤੀ ਰਜੋ ਗੁਣ ਤੇ ਆ ਕੇ ਭਰਮ ਪਾਉਣ ਦੀ, ਉਹਨਾਂ ਨੇ ਉਹ ਰਸਤਾ ਨਹੀਂ ਪਕੜਿਆ। ਕ੍ਰੋਧ ਵਿੱਚ ਚਲੇ ਗਏ ਤਮੋ ਗੁਣ ਤੇ ਜਾ ਕੇ ਸ਼ਬਦ ਦੀ ਚੋਟ ਮਾਰ ਕੇ ਅੱਗ ਭੜਕਾਉਣ ਦੀ, ਲੇਕਿਨ ਨਹੀਂ ਗਏ, ਬਚਾਅ ਹੋ ਗਿਆ। ਐਸਾ ਗੁਰਮੁਖ ਫਿਰ ਬਚਾਅ ਕਰਕੇ ਵਾਪਸ ਆਪਣੇ ਘਰ ਗਿਆ। ਤੇ ਜਿਹੜਾ ਐਸਾ ਬਚਾਅ ਕਰਕੇ ਆਪਣੇ ਘਰ ਜਾਂਦਾ ਤੇ ਮਾਤਾ ਪਿਤਾ ਸ਼ਾਬਾਸ਼ ਦਿੰਦੇ ਨੇ, ਆਉਂਦੇ ਤੁਸੀਂ ਧੰਨ ਹੋ। ਐਨਾ ਮੈਂ ਕਾਲ ਨੂੰ ਹੁਕਮ ਦਿੱਤਾ ਹੋਇਆ ਖੁੱਲ੍ਹੀ ਛੁੱਟੀ, ਤੇ ਕਾਲ ਦੇ ਦਾਇਰੇ ਵਿੱਚ ਇਸ ਕਲਯੁਗ ਦੇ ਵਿੱਚ ਜਿੱਥੇ ਸਾਰਿਆਂ ਨੂੰ ਪਕੜਿਆ ਜਾ ਰਿਹਾ ਹੈ, ਤੇ ਤੁਸੀਂ ਧੰਨ ਹੋ, ਤੁਸੀਂ ਬੜੇ ਸੂਰਮੇ ਹੋ ਵੀ ਐਸੇ ਕਲਯੁਗ ਦੇ ਵਿੱਚ ਉਹਨਾਂ ਤੋਂ ਬਚ ਕੇ ਉਹਨਾਂ ਦੇ ਮਗਰ ਨਹੀਂ ਗਏ ਤੇ ਵਾਪਸ ਤੁਸੀਂ ਆਏ ਹੋ। ਤੇ ਮਹਾਰਾਜ ਸੱਚੇ ਪਾਤਸ਼ਾਹ ਉਸ ਨੂੰ ਕਹਿੰਦੇ ਨੇ ਫਿਰ ਵੀ ਤੁਸੀਂ ਉਸ ਮੇਰੇ ਸ਼ਬਦ ਨਾਲ ਜੁੜੇ ਰਹੇ, ਨਾਮ ਦੇ ਨਾਲ ਜੁੜੇ ਰਹੇ, ਤੇ ਤੁਸੀਂ ਸੂਰਮੇ ਹੋ, ਸੂਰੇ ਹੋ। ਤੇ ਪਰਮਾਤਮਾ ਉੱਥੇ ਫਿਰ ਉਹਨੂੰ ਕੀ ਨਾਂ ਦਿੰਦਾ ਹੈ, ਉਹ ਫਿਰ ਮਹਾਰਾਜ ਦੱਸਦੇ ਨੇ ਬਾਣੀ 'ਚ। ਉਹ ਆਉਂਦੇ ਨੇ ਐਸੀ ਅਵਸਥਾ ਦੇ ਵਿੱਚ ਕਿ ਜਿਹੜਾ ਇਸ ਇਲਾਕੇ 'ਚ ਆ ਕੇ ਆਤਮਾ ਰਾਮ ਦੇ ਨਾਲ ਜੁੜਿਆ ਰਹਿੰਦਾ ਹੈ, ਸ਼ਬਦ ਨਾਲ ਜੁੜਿਆ ਰਹਿੰਦਾ ਹੈ, ਪਰਮਾਤਮਾ ਦੇ ਰੰਗ ਦੇ ਵਿੱਚ ਸਮਦ੍ਰਿਸ਼ਟੀ ਰਹਿੰਦਾ ਹੈ, ਰੰਗਿਆ ਹੋਇਆ। ਆਂਦੇ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੇ, ਜਾ ਕਾ ਸਤਿਗੁਰ। ਆਤਮ ਜਿਣੈ ਸਗਲ ਵਸ ਜਾ ਕੇ, ਜਾ ਕਾ ਸਤਿਗੁਰ ਪੂਰਾ। ਆਂਦੇ ਤੁਸੀਂ ਆਤਮਾ ਰਾਮ ਦੇ ਸੰਪਰਕ ਵਿੱਚ ਰਹੇ ਹੋ, ਸਤਿਪੁਰਖ ਦੇ ਸੰਪਰਕ ਵਿੱਚ ਰਹੇ ਹੋ, ਤੁਸੀਂ ਧੰਨ ਹੋ, ਕਾਲ ਦੇ ਦਾਇਰੇ ਵਿੱਚ ਨਹੀਂ ਗਏ, ਸੂਰਮੇ ਹੋ। ਉਹਨੂੰ ਸੂਰਮਾ ਕਿਹਾ ਜਾਂਦਾ ਹੈ। ਸੂਰਮਾ ਇਹ ਨਹੀਂ ਹੈ ਕਿ ਜੋ ਕਾਲ ਦੇ ਦਾਇਰੇ ਵਿੱਚ ਆਇਆ, ਕਿਸੇ ਨੇ ਸ਼ਬਦ ਦੀ ਚੋਟ ਮਾਰੀ ਤੇ ਅੱਗ ਭੜਕ ਗਈ। ਆਂਦੇ ਸੂਰੇ ਇਹ ਨਾ ਆਖੀਏ ਅਤ ਕ੍ਰੋਧ ਸੋ ਲੁਝੈ। ਜਿਹੜੇ ਕ੍ਰੋਧ ਦੇ ਵਿੱਚ ਚਲੇ ਜਾਂਦੇ ਨੇ, ਇੱਕ ਸ਼ਬਦ ਦੀ ਚੋਟ ਵੀ ਸਹਾਰ ਨਹੀਂ ਸਕਦੇ, ਉਹ ਸੂਰਮਾ ਨਹੀਂ ਹੈ। ਇੱਥੇ ਹੁਣ ਗੁਰਮੁਖ ਆਉਂਦੇ ਕਾਲ ਕਈ ਤਰੀਕੇ ਦੇ ਨਾਲ ਕੋਸ਼ਿਸ਼ ਕਰਦਾ ਹੈ, ਲੇਕਿਨ ਉਹ ਵਾਪਸ ਆਪਣੇ ਘਰ ਚਲੇ ਜਾਂਦੇ ਨੇ, ਜਿੱਤ ਜਾਂਦੇ ਨੇ। ਤੇ ਪਰਮਾਤਮਾ ਉਹਨਾਂ ਨੂੰ ਧੰਨ ਕਹਿੰਦਾ ਹੈ ਵੀ ਤੁਸੀਂ ਧੰਨ ਹੋ ਕਿ ਤੁਸੀਂ ਕਾਲ ਦੇ ਦਾਇਰੇ ਵਿੱਚ ਜਾਂਦੇ ਹੋ ਤੇ ਜਿੱਤ ਕੇ ਵਾਪਸ ਆਓ। ਧੰਨ ਹੋ ਤੁਸੀਂ। ਉਹਨਾਂ ਨੂੰ ਧੰਨ ਕਿਹਾ, ਸ਼ਾਬਾਸ਼ ਦਿੰਦਾ ਹੈ। ਹੁਣ ਦੂਸਰੇ ਪਾਸੇ ਜੇ ਕੋਈ ਜੀਵ ਆਇਆ ਤੇ ਇਧਰੋਂ ਕਾਲ ਨੇ ਹਮਲਾ ਕੀਤਾ, ਉਹਦੇ ਵਿੱਚ ਫਸ ਗਿਆ ਤੇ ਸ਼ਬਦ ਨਾਲੋਂ ਲਿਵ ਤੋੜ ਬੈਠਾ, ਇਸ ਇਲਾਕੇ ਦੇ ਵਿੱਚ ਰਹਿ ਗਿਆ ਤੇ ਦਰਗਾਹ ਦੇ ਵਿੱਚ ਉਸ ਨੂੰ ਸ਼ਾਬਾਸ਼ ਨਹੀਂ ਮਿਲਦੀ, ਤੇ ਕਾਲ ਦੇ ਦਾਇਰੇ ਦੇ ਵਿੱਚ ਵੀ ਉਹਦੀ ਬਦਨਾਮੀ ਹੋ ਜਾਂਦੀ ਹੈ। ਤੇ ਮਹਾਰਾਜ ਉਹਦੀ ਨਿਸ਼ਾਨੀ ਦੱਸਦੇ ਨੇ। ਮਹਾਰਾਜ ਕਹਿੰਦੇ ਸਾਹਿਬ ਸੰਕਟ ਵੈ ਸੇਵਕ ਭਜੈ। ਹੁਣ ਸੰਕਟ ਕਿਸੇ ਨਾ ਕਿਸੇ ਤਰੀਕੇ ਨਾਲ ਆਉਂਦਾ ਹੈ। ਕਾਲ ਨੇ ਕੋਸ਼ਿਸ਼ ਕਰਨੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਰਚਾ ਪਾਉਂਦਾ ਹੈ, ਭਾਵੇਂ ਉਹ ਮਾਲਕ ਦੇ ਹੁਕਮ ਦੇ ਅਨੁਸਾਰ ਹੀ ਪਾ ਰਿਹਾ ਹੈ। ਤੇ ਜੇ ਇਹ ਛੱਡ ਜਾਂਦੇ ਨੇ ਤੇ ਕਾਲ ਦੇ ਮਤਹਿਤ ਹੋ ਜਾਂਦੇ ਨੇ।
ਜਿਸ ਹੁਣ ਤੁਸੀਂ ਦੇਖੋ ਕੀ ਬਣ ਰਿਹਾ ਹੈ ਸੰਸਾਰ ਵਿੱਚ। ਉਹ ਛੱਡ ਕੇ ਦੂਸਰੇ ਪਾਸੇ ਕੋਈ ਕਿਸੇ ਮਰ ਕਹਿੰਦੇ ਸਾਹਿਬ ਸੰਕਟ ਵੈ ਸੇਵਕ ਭਜੈ, ਚਿਰੰਕਾਲ ਨ ਜੀਵੈ ਦੋ ਕੁਲ ਲਜੈ। ਇਸ ਲੋਕ ਦੇ ਵਿੱਚ ਵੀ ਬਦਨਾਮੀ ਹੋਏਗੀ, ਦਰਗਾਹ ਦੇ ਵਿੱਚ ਵੀ ਉਸ ਨੂੰ ਪਰਮਾਤਮਾ ਸ਼ਾਬਾਸ਼ ਨਹੀਂ ਦੇਗਾ। ਪਰ ਕਹਿੰਦੇ ਜਿਹੜਾ ਗੁਰਮੁਖ ਹੈ ਆਉਂਦੇ ਨੇ ਤੇ ਕਾਲ ਭਾਵੇਂ ਕਿੰਨਾ ਵੀ ਪਰਚਾ ਪਾਉਂਦਾ, ਉਹ ਆਉਂਦੇ ਨੇ ਰਾਮ ਨਾਮ ਮੇਰੇ ਹੀਰੇ ਬਸੇ, ਤੇਰੀ ਭਗਤ ਨਾ ਛੋਡੋ ਭਾਵੇਂ ਲੋਭ ਹਸੇ। ਆਂਦੇ ਭਾਵੇਂ ਇਸ ਲੋਕ ਵਿੱਚ ਆਏ ਹਾਂ ਤੇ ਕਾਲ ਆਪਣੇ ਖਰੀਦ ਕੇ ਨੁਮਾਇੰਦਿਆਂ ਤੋਂ ਭਾਵੇਂ ਸਾਡਾ ਮਜ਼ਾਕ ਉਡਾਵੇ, ਭਾਵੇਂ ਸਾਡੇ ਕੋਈ ਇਹੋ ਜਿਹਾ ਬਚਨ ਕਰੇ, ਪਰ ਅਸੀਂ ਆਹ ਤੇਰੇ ਨਾਲ ਦਰ ਜਿਹੜਾ ਇਹ ਨਹੀਂ ਛੱਡਾਂਗੇ। ਤੇਰੇ ਨਾਲ ਪਿਆਰ ਜਿਹੜਾ ਉਹ ਸਾਡਾ ਨਹੀਂ ਟੁੱਟੇਗਾ। ਕਿ ਜਿਸ ਤਰ੍ਹਾਂ ਇਹ ਦੁਨਿਆਵੀ ਲੋਕ ਕਾਲ ਦੇ ਦਾਇਰੇ ਵਿੱਚ ਵਸਣ ਵਾਲੇ ਜੈਸੇ ਆਪਣੇ ਧਨੇ ਪ੍ਰਾਣੀ ਮਰਨ ਮੰਡੇ, ਜਿਹੜਾ ਰਜੋਗੁਣ ਤੇ ਹੈ ਇਹਦੀ ਛੋਟੀ ਜਿਹੀ ਗੱਲ ਪੂਰੀ ਨਾ ਹੋਵੇ ਤੇ ਮਰਨ ਤੱਕ ਚਲਾ ਜਾਂਦਾ ਹੈ। ਥੋੜਾ ਜਿਹਾ ਇਹਦਾ ਧਨ ਕਿਸੇ ਨੇ ਕਬਜ਼ਾ ਕਰ ਲਿਆ, ਨਹੀਂ ਦਿੰਦਾ, ਮਰਨ ਤੱਕ ਚਲੇ ਜਾਂਦਾ ਹੈ। ਤੇ ਆਪਾਂ ਦੇਖਦੇ ਹੀ ਹਾਂ ਰਜੋਗੁਣ ਤੇ ਆ ਕੇ ਪਹਿਲਾਂ ਬਿਜ਼ਨਸ ਕਰ ਲੈਂਦੇ ਨੇ, ਫਿਰ ਇੱਕ ਜਣਾ ਥੋੜੇ ਜਿਹੇ ਪੈਸੇ ਮਾਰ ਲੈਂਦਾ ਹੈ, ਲੜਾਈ ਤੇ ਕਲੇਸ਼ ਸ਼ੁਰੂ ਹੋ ਜਾਂਦਾ ਹੈ। ਤਮਾਸ਼ਾ ਹੈ ਇਹ ਵੀ ਇੱਕ, ਜੋ ਤਮਾਸ਼ੇ ਦੇ ਵਿੱਚ ਉਹ ਗੱਲਾਂ ਕਰਦੇ ਰਹਿੰਦੇ ਨੇ। ਉਹਦੇ ਜੈਸੇ ਆਪਣੇ ਧਨੇ ਪ੍ਰਾਣੀ ਮਰਨ ਮੰਡੇ, ਜਿਸ ਤਰ੍ਹਾਂ ਮਨਮੁਖ ਦੁਨਿਆਵੀ ਧਨ ਦੀ ਖਾਤਰ ਮਰਨ ਮਰਾਉਣ ਤੱਕ ਚਲਿਆ ਜਾਂਦਾ ਹੈ, ਤੈਸੇ ਸਾਧ ਜਨ ਰਾਮ ਨਾਮ ਨਾ ਛੱਡੇ। ਅਸੀਂ ਇਸ ਲੋਕ ਦੇ ਵਿੱਚ ਆ ਕੇ ਪਰਮਾਤਮਾ ਦਾ ਨਾਮ ਨਹੀਂ ਛੱਡਦੇ। ਸਾਨੂੰ ਪਤਾ ਹੈ ਕਿ ਜੇ ਨਾਮ ਦੇ ਨਾਲੋਂ ਲਿਵ ਟੁੱਟ ਗਈ ਤੇ ਇੱਥੇ ਰਹਿ ਜਾਵਾਂਗੇ, ਤੇ ਜੇ ਕਾਲ ਦੇ ਦਾਇਰੇ ਵਿੱਚ ਰਹਿ ਗਏ ਤੇ ਕਿੰਨੇ ਕੁ ਪਦਾਰਥ ਇਕੱਠੇ ਕਰ ਲਾਂਗੇ। ਆਖਰ ਤਾਂ ਸਵਾਸ ਖਤਮ ਹੋਣਾ ਹੀ ਨੇ, ਇੱਥੋਂ ਜਾਣਾ ਹੀ ਪਏਗਾ। ਉਹਦੇ ਨਾ ਗਿਆਨ ਹੋਣ ਕਰਕੇ ਮਨਮੁਖ ਇਸ ਲੋਕ ਦੇ ਵਿੱਚ ਭੱਜਾ ਫਿਰਦਾ ਹੈ। ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕੰਮ, ਨਾਰਾਇਣ ਸੋ ਪ੍ਰਸੰਨ ਪਏ। ਵੀ ਪਰਮਾਤਮਾ ਜਿੰਨੀ ਦੇਰ ਤੱਕ ਖੁਸ਼ ਨਹੀਂ, ਭਾਵੇਂ ਜੀਵ ਕਿਤੇ ਵੀ ਭੱਜਾ ਫਿਰਦਾ ਹੈ, ਸੰਸਾਰ ਵਿੱਚ ਵਿਚਰਦਾ ਹੈ। ਜੇ ਉਹ ਪਰਮਾਤਮਾ ਦੇ ਨਾਲ ਹੀ ਨਹੀਂ ਉਹਦਾ ਪਿਆਰ ਪਿਆ ਤੇ ਉਹ ਦੁਨਿਆਵੀ ਕਰਮ ਦੇ ਨਾਲ ਭੱਜਾ ਫਿਰਦਾ, ਉਹ ਸਾਰਾ ਵਿਅਰਥ ਹੈ। ਇੱਥੇ ਹੁਣ ਜਿਹੜਾ ਮਨਮੁਖ ਹੈ ਉਹ ਤਾਂ ਕਾਲ ਦੇ ਦਾਇਰੇ ਵਿੱਚ ਹੌਲੀ ਹੌਲੀ ਆਪਣਾ ਜੀਵਨ ਵਿਅਰਥ ਗਵਾ ਲੈਂਦਾ ਹੈ। ਗੁਰਮੁਖ ਆਉਂਦੇ ਨੇ, ਇਸ ਇਲਾਕੇ ਵਿੱਚ ਵਿਚਰਦੇ ਤੇ ਵਾਪਸ ਚਲੇ ਜਾਂਦੇ ਨੇ। ਹੁਣ ਜਦੋਂ ਆਉਂਦੇ ਨੇ ਇਸ ਇਲਾਕੇ ਵਿੱਚ ਕਰਮ ਵੀ ਕਰਦੇ ਨੇ ਤੇ ਉਹ ਆਪਣੇ ਕਰਮ ਨੂੰ ਵੀ ਸਫਲ ਬਣਾ ਲੈਂਦੇ ਨੇ, ਔਰ ਆਪਣਾ ਜਿਹੜਾ ਜੀਵਨ ਹੈ ਉਸ ਨੂੰ ਵੀ ਸਫਲ ਬਣਾ ਲੈਂਦੇ ਨੇ। ਤੇ ਮਹਾਰਾਜ ਉਹਨਾਂ ਬਾਰੇ ਕਹਿੰਦੇ ਨੇ ਉਹ ਧਨ ਨੇ, ਉਹ ਵਡਭਾਗੀ ਨੇ, ਤੇ ਉਹ ਪੂਰੇ ਸੰਤ ਨੇ ਤੇ ਭਾਗਾਂ ਵਾਲੇ ਨੇ, ਜਿਹੜੇ ਲੋਕ ਵਿੱਚ ਵੀ ਆਏ, ਇਸ ਸੰਸਾਰ ਵਿੱਚ ਵੀ ਆਏ ਤੇ ਆਪਣੇ ਕਾਰਜ ਵੀ ਕੀਤੇ, ਸੰਸਾਰ ਵਿੱਚ ਵੀ ਵਿਚਰੇ, ਔਰ ਨਿਰਗੁਣ ਦੇ ਵਿੱਚ ਵੀ ਆਪਣਾ ਧਨ ਜੋੜ ਲਿਆ, ਦੁਨਿਆਵੀ ਕੰਮ ਵੀ ਸਫਲ ਕਰ ਲਏ, ਪਰਮਾਤਮਾ ਨਾਲ ਵੀ ਮਿਲਾਪ ਹੋ ਗਿਆ। ਉਹਨਾਂ ਬਾਰੇ ਮਾਰੇ ਕਹਿੰਦੇ ਭਾਗ ਠੜੇ ਹਰ ਸੰਤ ਪਿਆਰੇ, ਜਿਨ ਘਰ ਧਨ ਹਰ ਨਾਮ ਪ੍ਰਵਾਨ ਗਣੇ ਸਹੀ ਆਏ, ਸਫਲ ਤੇ ਨਾ ਕੇ ਕੰਮ। ਉਹ ਆਏ ਨੇ, ਸੰਜੋਗ ਬਣਿਆ, ਇਹ ਜੀਵਨ ਨੂੰ ਸਫਲ ਕਰਕੇ ਉਹ ਵਾਪਸ ਵੀ ਚਲੇ ਗਏ। ਹੁਣ ਆਪਾਂ ਵੀ ਸਾਰੇ ਇਸੇ ਹੀ ਤਮਾਸ਼ੇ ਦੇ ਵਿੱਚ ਹਾਂ, ਖੇਲ ਵਿੱਚ ਹਾਂ, ਤੇ ਆਪਣੇ ਤੇ ਇਹ ਬਹੁਤ ਹੀ ਜ਼ਿੰਮੇਵਾਰੀ ਹੈ। ਰੋਜ਼ ਆਉਂਦੇ ਹਾਂ, ਰੋਜ਼ ਜਾਂਦੇ ਹਾਂ, ਤੇ ਆਪਾਂ ਹੁਣ ਨਾਲ ਨਾਲ ਇਹ ਪੜਚੋਲ ਕਰਨੀ ਹੈ ਸਾਰਿਆਂ ਨੇ
भी असीं कित्थों तक सफल हो रहे हैं, भी अपना दीन तो नहीं गवाच रहा साडा, कि असीं अपने धर्म का रस्ता तो नहीं छड्ड गए, परमात्मा तो दूर नहीं हो गए, काल की भाषा तो नहीं बोलनी शुरू कर ली, काल ने सानू खरीद तो नहीं लिया, असीं काल के नुमाइंदे वजों तो नहीं विचन लग पे, काल का दिता होया रोल तो नहीं करते पे। ये हुण स्वै पड़चोल करने का विषय है। जदों भी तुसीं बोलना है ध्यान रखना है तुसीं किहदी भाषा बोलते पे हो, ते जिहड़े काल की भाषा बोलते ने ते उन्हां दी सज़ा परमात्मा ने निश्चित की हुई है। ते आउंदे नानक फिक्का बोलीए तन मन फिक्का होए, फिक्को फिक्की सदिए फिक्के फिक्की सोए, फिक्का दरगे सटिए मूँह थुक्का फिक्के पाए, फिक्का मूर्ख आखिए पाणा लै सजाए। उहदी सज़ा है जुत्तियां दी, पाणा जुत्ती नूं कहंदे ने, उहदे सिर विच फिर जुत्तियां वजदियां ने। इस करके जिहड़ा काल की भाषा बोलेगा, जो काल उसनूं लिख के देगा, फिक्का बचन बोलेगा, दुविधा का बचन बोलेगा, ईर्खा का बचन बोलेगा, निंदिया का बचन बोलेगा, उन्होंने सज़ा मिलेगी। तो जे असीं अपना रोल करते हाँ तो परमात्मा ने सानू सिखाया होया है, तो परमात्मा ने जिहड़ा रोल सानू दिता है, आंदे एक ना फिक्का ना गलाए, सबना मैं सच्चा तो नहीं, आंदे किसी नूं फिक्का नहीं बोलना। क्यों? क्योंकि सारियां दे विच तां मैं बैठा होया। हुण आपां देखना भी आपां किहड़े पासों बोलते पे हाँ, किहदे नुमाइंदे बने हैं, किहदा रोल करते हैं। तो जे काल की भाषा बोलांगे दरगाह दे विच सज़ा मिलेगी, तो जे निरंकार दे हुक्म दे च रहांगे तो इत्थे वो काल नूं आपे हुक्म दे देगा। आंदे पिता कृपाल आ गया यकीनी, बारक मुख मांगे सो देना। जदों उसनूं प्रतीत आ जाती है कि बच्चा काल दे मतहत नहीं जा रहा, वो काल नूं हुक्म दे देंदे ने भी तुसीं इहनूं कुछ नहीं कहना। फिर वो काल पासे हट जाता है, आंदे ने मेरा बच्चा है, मेरे हुक्म दे विच आ रहा है, तो काल नूं पासे कर देंदे ने ते दरगाह दे विच उसनूं शाबाश मिलदी है। इस करके एक खेल दे विच हुण आपां सारे ही आ रहे हैं, तो इस खेल की जिहड़ी जानकारी है ये केवल तो केवल सानू श्री गुरु ग्रंथ साहिब की बाणी दे रही है, तो बाहर का किसी ने खेल दसना नहीं। क्योंकि भावें साडी माता गुरु है, पर माता गुरु बच्चे नूं ये खेल नहीं समझाउंदी, उन्होंने काल ने आप खरीदिया हुंदा है, तो वह बच्चे नूं तो इहो समझाउंदी जे तेरे माड़ा जिहा किसी ने देखिया तूं ऐं देखना है उहदे वाल, ये अच्छा नहीं है, ये नाल दुविधा करनी है। आप ही हौली हौली बच्चों को असीं सिखा देंदे हाँ। जे पिता है उन्हें कर्म की जानकारी देनी है, तो जे पिता आप धात के रस्ते चलता पिया है, आप रिश्वत लै रहा है, तो बच्चे को भी ढंग दसेगा, कई तरह के तरीके दसेगा, ऐसे कि ना वो बच्चा फिर उस चल पेगा। तो जेडे फिर दुनियावी टीचर ने जिथों आपां विद्या प्राप्त करनी है, तो जे उन्होंने ये ज्ञान नहीं तो वह आप बच्चों के दुविधा पैदा कर देंदे ने। आपां स्कूलों के विच देखते हाँ किन्ने क बच्चे जिहड़े ने वो संभाले जा रहे हैं। आपां देख रहे हैं, विचार है, पढ़ ही रहे हैं, पढ़ के आए हैं स्कूलों के विचों भी, कॉलेजों के विचों भी, पर उत्थे कभी भी ये सानू नहीं सिक्ख्या दी गई भी किस असीं पार ब्रह्म दे नाल जुड़ के रहना है। उत्थे वध तो वध जे कोई नाम परमात्मा की गल कर भी देगा तो वो कहणगे ये तो हुंदा ही नहीं है, तुसीं अपनी पढ़ाई करो, अपना बिजनेस करो, पढ़ाई करो, परमात्मा तो हुंदा ही नहीं है, विद्या प्राप्त करो। हुण दुनियावी विद्या तो प्राप्त कर लई मनमुख ने बहुत सारे, पर वह गजटड पोस्टां ते भी चला गया तो दुविधा तो उहदे अंदरों खत्म नहीं हुई, ईर्खा तक खत्म नहीं हुई, उहदे मन नूं शांति आई नहीं है।
मन नूं सुख मिलिया ही नहीं है उस दिन। तो मन नूं सुख नहीं मिलिया, मन के अंदर विचार वधदे ने, हौली हौली मन रोगी हो जाता है, मन दुखी है। जदों मन दुखी हुंदा है शरीर के तत्तां विच वाध घट हुंदी है। वो शरीर का इलाज कराउंदे ने, वैद दे कोल जांदे ने, डॉक्टर कोल जांदे ने, ते वो तन का इलाज करते हैं, मन का कोई इलाज नहीं है उन्होंने कोल। तो गुरु नानक देव जी फिर दसदे ने, वो आंदे ने कादी पढ़ाई है, कादा वैद है। मन तो दुखी है, मन करके तन भी परेशान है, तन भी दुखी है। जे हुण तुहाडा मन का टिकाऊ नहीं ना बनेगा अंदरों, तो तुहानूं बेचैनी रहेगी, इत्थे भी दौड़ भज रहेगी चेता। तो जे मन का टिकाऊ बन गया तो किन्ना भी दुख है, चेता नहीं आएगा। हुण तुसीं रात नूं कई दफ़ा देखिया, जदों मन पाउण नालों वख हो जाता है तो किसी को बीमारी का पता ही नहीं है, मैनूं किहड़ी बीमारी लगी हुई है। जदों शरीर छड्ड गए, मन घर चला गया तो पता ही नहीं उसनूं। जदों मन विचार विच आउंदा है उदों उसनूं ये बीमारी का शुरू हुंदा है कारण। तो आंदे दर्द होवे दुख रहे शरीर, ऐसा दारू ना लगे पीर। हुण पढ़ाई तो है पर मन फिर दुखी है काल दे दायरे विच। पदार्थ तो है, मन फिर दुखी है। सारा कुछ है, फिर मन अशांत क्यों है? क्योंकि ये असल पार ब्रह्म नालों टुटा होया है, निरंकार नालों दूर है, काल दे दायरे दे विच है। इस करके असी दुखी हाँ। तो जदों असी गुरबाणी की शरण में आउंदे तो गुरबाणी फिर सानू मन का भेद दिंदी है भी तुहाडा मन दुखी है, काल दे दायरे विच हो, तुसी निरंकार दे नाल जुड़ना सी, इस करके तुहानू काल दुखी कर रहा, तुसी पार ब्रह्म नाल जुड़ो। हुण पार ब्रह्म दे नाल जुड़न दा रस्ता केवल ते केवल कलयुग विच श्री गुरु ग्रंथ साहिब की बाणी है। ते बाणी सानू परमात्मा दे नाल जोड़दी है। गुरबाणी इस जग में चानण करो वसे मन आए, ये ब्रह्म विद्या है। तो ब्रह्म विद्या साडे मन तो शुरू होंदी है, क्योंकि मन ब्रह्म दे विचों आया है, मन की पढ़ाई है। इत्थे पढ़ाई शुरू होंदी है शरीर तो। जदों बच्चा पहली क्लास जाता उन्होंने सिखाउंदे ने, आ तेरे आइस ने, अखां ने, कन है, मुख है तेरा। इस लोक की पढ़ाई इस शरीर तो शुरू हो गई, ब्रह्म की पढ़ाई मन तो शुरू हो गई। वो फिर मन का भेद दिंदे कि मन कित्थों आउंदा है, कितना वापस जाता है। तो जदों असीं आउणा जाना बना लिया तो सानू पता लग गया भी आउंदे हाँ वापस चले जाना है, ए तमाशे विच नहीं लगना। हुण तुसीं आओ रस्ते विच कुछ हो रहा है, तुहानू पता भी अपने घर पहुँचना है, तुसीं ध्यान नहीं दोगे, उलझोगे नहीं। इसी तरह गुरमुख आए, उन्होंने देखा भी तमाशा हो रहा है, उन्हें ध्यान बदलिया, अपन चले गए वापस। इस तमाशे दे विच नहीं रुझदे। सो इस करके आप इस अवस्था विच आउणा ते वापस जाना है। इस चलद्यां चलद्यां एक दिन आप सदी भी उत्थे रह जाना है, फिर आप आउणा ही नहीं इधर खेलण वास्ते। तो आंदे ने उस घर दे विच असीं बैठ के लभ गया, किहड़ा नानक बद्दा घर तहां जिथे जन्म ना मिरत जरा, वो घर सानू लभ गया। असीं उस घर विच बैठ गए। ये शरीर इत्थे, असीं घर विच। इस वास्ते एक कोशिश करनी है पूरा हफ्ता। ये हुण तमाशे नूं तुसीं समझना है, नोट करना है। जे तुहाडे परिवार का कोई मैंबर खरीदिया गया, उहदा भी ध्यान रखना है। हो सके तो समझाउणा है, जे ज़्यादा खरीदा जाए तो पासा ही वट लेना है, बचा करना है अपना। सो इस समझने समझद्या अपने मन नूं समझाउणा है। आदे मन समझावन कारणे कछुक पढ़िए ज्ञान। ध्यान रखना है कि काल दे दायरे दे विच असीं परमात्मा दे हुक्म दे विच रहीए, इहदी भाषा ना बोलीए।
ये पूरा हफ्ता अभ्यास करना, फिर आप अपने घर में आना सारे ने। सो एक कोशिश करनी है। इत्थे हुण समाप्ति कर दे, आओ थोड़ा अभ्यास कर लीए, मन नूं फिर उस अवस्था में लैके चलीए। जे कोई घर दे विच कई दफ़ा ज़्यादा कोई संगी साथी खरीदे जाता तो बैठ के सिमरन करना है। जे आप लगातार सिमरन करांगे उहदा मन जिहड़ा है आज़ाद हो जाएगा पंजां तो, उन्होंने भी सुख मिलेगा। इस करके असीं आप ही आंदे ने विचार मारे तरे तारे उल्ट जोना, भी आप ही सुखी हो सकते हाँ तो दूसरे का भी भला कर सकते हैं। उस वास्ते है सिमरन। सो आओ नाल नाल अभ्यास करिए। अभ्यास बहुत जरूरी है। कोई नवे गुरमुख आए ने, बेनती है जो सिमरन करना नेत्र बंद करके सिमरन करना, अखां नहीं खुलियां होनी चाहिए तुहाडियां। वाह गुरु वाह गुरु।